ਆਪਾਂ ਪੰਜਾਬ ਵਰਡ ਨਹੀਂ ਯੂਜ਼ ਕਰ ਸਕਦੇ ਕਿਉਂਕਿ ਪੰਜਾਬ ਇੱਕ ਸਟੇਟ ਦਾ ਨਾਮ ਆ ਤੇ ਸਟੇਟ ਦਾ ਨਾਮ ਨਹੀਂ। ਹੁਣ ਤੁਸੀਂ ਕਿਸੇ ਨੇ ਵੀ ਆਪਣੀ ਐਨਜੀਓ ਦਾ ਨਾਮ ਰੱਖਣਾ ਉਹਦੇ ਲਾਸਟ ਦੇ ਵਿੱਚ ਜ਼ਰੂਰ ਆਪਾਂ ਲਗਾ ਸਕਦੇ ਹਾਂ ਵੀ ਇਹ ਪੰਜਾਬ ਦੇ ਵਿੱਚ ਸਿਚੁਏਟਡ ਆ, ਬਟ ਅਸੀਂ ਪੰਜਾਬ ਵਰਡ ਨਹੀਂ ਯੂਜ਼ ਕਰ ਸਕਦੇ ਹੈਗੇ। ਜੇ ਤੁਸੀਂ ਇੱਕ ਡਿਸਟ੍ਰਿਕਟ ਦਾ ਕਰਾਉਣਾ ਆ ਤਾਂ ਉਸ ਡਿਸਟ੍ਰਿਕਟ ਦੇ ਮੈਂਬਰ ਹੁੰਦੇ ਆ। ਜੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਕਰਨਾ ਤਾਂ ਪੰਜਾਬ ਦੀਆਂ ਡਿਸਟ੍ਰਿਕਟਸ ਦੇ ਮੈਂਬਰ ਹੋਣੇ ਚਾਹੀਦੇ ਆ ਤੁਹਾਡੇ ਵਿੱਚ ਇਹਦੇ ਵਿੱਚ, ਤੇ ਫਿਰ ਉਹਦਾ ਇੱਕ ਮੇਨ ਆਫਿਸ ਡਿਸਾਈਡ ਕਰਨਾ ਹੁੰਦਾ ਆ। ਤੇ ਜੇ ਤੁਸੀਂ ਸਟੇਟ ਵਾਈਜ਼ ਲੈਣਾ ਤਾਂ 7 ਸਟੇਟਸ ਦੇ ਜਿਹੜੇ ਹੈਗੇ ਆ ਮੇਨ ਮੈਂਬਰਸ ਤੁਹਾਡੇ ਨਾਲ ਇਹਦੇ ਹੋਣੇ ਚਾਹੀਦੇ ਆ, ਤਾਂ ਉਹ ਆਲ ਓਵਰ ਇੰਡੀਆ ਦੇ ਵਿੱਚ ਹੁੰਦੀ ਆ, ਫਿਰ ਉਸੇ ਤਰ੍ਹਾਂ ਵਰਲਡ ਲੈਵਲ 'ਤੇ ਚਲੀ ਜਾਂਦੀ ਆ। 7 ਮੈਂਬਰ ਬਹੁਤ ਜ਼ਰੂਰੀ ਨੇ ਕਿਸੇ ਵੀ ਸੁਸਾਇਟੀ ਨੂੰ ਰਜਿਸਟਰ ਕਰਨ ਲਈ। 7 ਮੈਂਬਰ ਦੀ ਪੋਸਟ ਕੋਈ ਵੀ ਹੋ ਸਕਦੀ ਆ, ਪਰ 3 ਪੋਸਟ ਜਿਹੜੀਆਂ ਨੇ ਉਹ ਬਹੁਤ ਜ਼ਰੂਰੀ ਨੇ ਕਰਨੀਆਂ, ਪ੍ਰੈਜ਼ੀਡੈਂਟ, ਸੈਕਟਰੀ ਤੇ ਟਰੈਜ਼ਰਰ। ਸਾਡੇ ਹੁਣ ਕੋਈ ਵੀ ਕੰਮ ਆ ਪ੍ਰੈਜ਼ੀਡੈਂਟ, ਸੈਕਟਰੀ ਤੇ ਟਰੈਜ਼ਰਰ ਦੇ ਸਾਈਨ ਤੋਂ ਬਿਨਾਂ ਨਹੀਂ ਹੋਊਗਾ। ਤੁਸੀਂ ਆਪਣੀ ਐਨਜੀਓ ਦਾ ਇੱਕ ਜਿਹੜਾ ਹੈਗਾ ਆ ਲੈਟਰ ਹੈਡ ਬਣਾਉਣਾ ਆ, ਤੇ ਲੈਟਰ ਹੈਡ ਦੇ ਉੱਤੇ ਰੈਜ਼ੋਲੂਸ਼ਨ ਪਾਸ ਕਰਨਾ ਆ। ਇੱਕ ਤਾਂ ਕਿ ਸਾਰਿਆਂ ਨੇ ਡਿਸੀਜ਼ਨ ਲਿਆ ਆ ਕਿ ਅਸੀਂ ਆਪਣੀ ਜਿਹੜੀ ਐਨਜੀਓ ਹੈਗੀ ਇਹਨੂੰ ਰਜਿਸਟਰ ਕਰਵਾਉਣਾ ਆ, ਤੇ ਇੱਕ ਰੈਜ਼ੋਲੂਸ਼ਨ ਪਾਸ ਕਰਨਾ ਆ ਕਿ ਅਸੀਂ ਇਹਨਾਂ ਮੈਂਬਰਸ ਨੂੰ ਆਹ ਪੋਸਟ ਦੇ ਰਹੇ ਹਾਂ ਕਿਉਂਕਿ ਇਹ ਇਲੈਕਸ਼ਨ ਹੁੰਦੀ ਆ, ਠੀਕ। ਫਿਰ ਉਸ ਤੋਂ ਬਿਨਾਂ ਜਨਰਲ ਬਾਡੀ ਦੀ ਮੀਟਿੰਗ ਹੋਊਗੀ। ਜਨਰਲ ਬਾਡੀ ਦੇ ਜਿਹੜੇ ਹੈਗੇ ਆ 3/4 ਜਿਹੜੀ ਮੈਜੋਰਿਟੀ ਹੈਗੀ ਆ ਉਹਨੇ ਡਿਸੀਜ਼ਨ ਲੈਣਾ। ਸੋ ਸਾਨੂੰ ਆਪਣੀ ਜਨਰਲ ਬਾਡੀ ਦੇ ਵਿੱਚ ਜਿੰਨੇ ਟੋਟਲ ਤੁਹਾਡੇ ਮੈਂਬਰ ਹੈਗੇ ਆ ਉਹਨਾਂ ਦੇ ਸਾਈਨ, ਉਹਨਾਂ ਦੀ ਅਟੈਂਡੈਂਸ, ਉਹਨਾਂ ਦੀ ਡਿਟੇਲ ਚਾਹੀਦੀ ਹੈ ਜਿਹੜੀ ਅਸੀਂ ਨਾਲ ਸਬਮਿਟ ਕਰਨੀ ਹੈ ਵੀ ਕਿੰਨੇ ਮੈਂਬਰ ਨੇ। ਜੇ ਕੋਈ ਵੀ ਚੀਜ਼ ਆ ਜਾਂ ਸੁਸਾਇਟੀ ਰਜਿਸਟ੍ਰੇਸ਼ਨ ਐਕਟ ਦੇ ਜਾਂ ਫਿਰ ਜਿਹੜੇ ਸਾਡੇ ਮੇਨ ਲੈਂਡ ਆਫ ਲਾਅ ਆ ਉਹਦੇ ਅਗੇਂਸਟ ਜਾਂਦੇ ਆ ਜਾਂ ਉਹ ਚੀਜ਼ਾਂ ਨਹੀਂ ਐਕਸੈਪਟੇਬਲ ਹੈਗੀਆਂ। ਜਦੋਂ ਸੁਸਾਇਟੀ ਉਹ ਰਜਿਸਟਰ ਕਰਦੇ ਨੇ, ਸਰਟੀਫਿਕੇਟ ਦਿੰਦੇ, ਉਹ ਪਹਿਲਾਂ ਕੱਲਾ ਬਾਇਲਾਜ਼ ਪੜ੍ਹਦੇ ਨੇ ਵੀ ਇਹਨਾਂ ਦੇ ਆਬਜੈਕਟ ਕੀ ਨੇ, ਇਹਨਾਂ ਦੇ ਏਮਸ ਕੀ ਨੇ। ਇਸੇ ਲਈ ਇਸ ਚੀਜ਼ ਨੂੰ ਟਾਈਮ ਲੱਗਦਾ ਆ। ਜਦੋਂ ਸਾਡਾ ਰਜਿਸਟ੍ਰੇਸ਼ਨ ਸਰਟੀਫਿਕੇਟ ਸਾਡੇ ਕੋਲ ਆ ਜਾਂਦਾ, ਸਾਨੂੰ ਨਾ ਆਡਿਟ ਵੀ ਮੇਨਟੇਨ ਕਰਨਾ ਪਊਗਾ, ਸਾਨੂੰ ਆਪਣਾ ਰਜਿਸਟਰ ਮੇਨਟੇਨ ਕਰਨਾ ਪਊਗਾ। ਉਸ ਤੋਂ ਇਲਾਵਾ ਇਹਦਾ ਇੱਕ ਪੈਨ ਕਾਰਡ ਬਣਾਇਆ ਜਾਂਦਾ ਆ। ਪੈਨ ਕਾਰਡ ਬਣਾਉਣ ਲਈ ਸਾਨੂੰ ਸਟੈਂਪ ਦੀ ਜਿਹੜੀ ਆ ਲੋੜ ਪੈਂਦੀ ਆ। ਸੋ ਸੁਸਾਇਟੀ ਦੀ ਸਟੈਂਪ ਬਣੂਗੀ, ਸਟੈਂਪ ਦੇ ਨਾਲ ਜਿਵੇਂ ਆਪਾਂ ਪੈਨ ਕਾਰਡ ਅਪਲਾਈ ਕਰਦੇ ਹਾਂ ਉਵੇਂ ਪੈਨ ਕਾਰਡ ਅਪਲਾਈ ਹੋਊਗਾ। ਪੈਨ ਕਾਰਡ ਆਉਣ ਤੋਂ ਬਾਅਦ ਤੁਹਾਡਾ ਬੈਂਕ ਅਕਾਊਂਟ ਖੁੱਲ੍ਹੇਗਾ ਤੇ ਉਹ ਸਾਰਾ ਕੁਝ ਜਿਹੜਾ ਆਡਿਟ ਆ ਉਹ ਤੁਹਾਨੂੰ ਮੇਨਟੇਨ ਕਰਨਾ ਪਊਗਾ। ਇੱਕ ਮੈਂਬਰਸ਼ਿਪ ਫੀਸ ਹੁੰਦੀ ਆ ਅਲੱਗ-ਅਲੱਗ ਦੀ, ਜਿਵੇਂ ਸਾਡੀ ਮੈਂਬਰਸ਼ਿਪ ਫੀਸ 1000 ਰੁਪਏ ਹੈਗੀ ਆ, ਮਤਲਬ ਆਰਡੀਨਰੀ ਮੈਂਬਰਸ ਦੀ ਪਰ ਮੰਥ ਹੈਗੀ ਆ 25000 ਸਾਡੀ ਸਾਲ ਦੀ ਇਕੱਠੀ ਹੈਗੀ ਆ, ਤੇ ਇੱਦਾਂ ਲਾਈਫ ਟਾਈਮ ਮੈਂਬਰਸ਼ਿਪ 25000 ਹੈਗੀ। ਮਤਲਬ ਆਪਾਂ ਅੱਡ ਮੈਂਬਰਸ਼ਿਪ ਫੀਸ ਰੱਖਣੀ ਜ਼ਰੂਰੀ ਆ। ਜੇ ਕੋਈ ਫੀਸ ਨਹੀਂ ਪੇ ਕਰਦਾ ਉਹਨੂੰ ਉਹ ਮਤਲਬ ਕਹਿ ਦਿਓ ਕਿ ਉਦੋਂ ਡਿਸਮਿਸ ਕੀਤਾ ਜਾ ਸਕਦਾ, ਸਸਪੈਂਡ ਕੀਤਾ ਜਾ ਸਕਦਾ ਆ। ਸਾਡੇ ਕੋਲ ਫ੍ਰੀ ਲੀਗਲ ਏਡ ਅਥਾਰਟੀ ਆ, ਬਟ ਉਹਦੇ ਬਾਰੇ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ। ਸੋ ਅਸੀਂ ਇਹਦੇ ਵਿੱਚ ਆਪਣਾ ਇੱਕ ਪਰਪਸ ਰੱਖਿਆ ਆ ਕਿ ਅਸੀਂ ਉਹਦੇ ਬਾਰੇ ਲੋਕਾਂ ਨੂੰ ਅਵੇਅਰ ਜ਼ਰੂਰ ਕਰਨਾ, ਕਿਉਂਕਿ ਜਿਨ੍ਹਾਂ ਨੂੰ ਫ੍ਰੀ ਲੀਗਲ ਏਡ ਮਿਲ ਸਕਦੀ ਆ, ਕਿਉਂਕਿ ਫ੍ਰੀ ਲੀਗਲ ਏਡ ਅਥਾਰਟੀ ਨੇ ਅਕੋਰਡਿੰਗ ਟੂ ਕੇਸ 5000 7500 ਇੱਦਾਂ ਹੈ ਨਾ ਵਕੀਲ ਨੂੰ ਪੇ ਕਰਨਾ ਹੁੰਦਾ ਆ, ਤੇ ਉਹਦੇ ਤੋਂ ਹੀ ਜਿਹੜਾ ਹੈਗਾ ਆ ਫਿਰ ਉਹ ਵਕੀਲ ਕੰਮ ਕਰਦੇ। ਤੇ ਜਿਹੜੇ ਜੋ ਵੀ ਜਿਹੜੇ ਵਿਕਟਮ ਹੁੰਦੇ ਆ ਜਾਂ ਜਿਨ੍ਹਾਂ ਨੇ ਵੀ ਵਕੀਲ ਹਾਇਰ ਕੀਤਾ ਹੁੰਦਾ ਆ ਉਹਨਾਂ ਨੂੰ ਟੋਟਲੀ ਫ੍ਰੀ ਦੇ ਵਿੱਚ ਉਹ ਲੀਗਲ ਏਡ ਉੱਥੋਂ ਮਿਲਦੀ ਆ, ਪਰ ਇਹਦੇ ਬਾਰੇ ਲੋਕ ਅਵੇਅਰ ਹੀ ਨਹੀਂ ਹੁੰਦੇ ਹੈਗੇ। ਸੋ ਸਾਡਾ ਇਹ ਵੀ ਪਰਪਸ ਆ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਮੇਰਾ ਅਧਿਕਾਰ ਮੇਰਾ ਮਾਨ ਪ੍ਰੋਗਰਾਮ ਵਿੱਚ ਸਵਾਗਤ ਕਰਦੀ ਹਾਂ। ਦਰਸ਼ਕੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖੋ ਵੱਖਰੇ ਅਧਿਕਾਰਾਂ, ਵੱਖੋ ਵੱਖਰੇ ਕਾਨੂੰਨਾਂ ਤੇ ਵੱਖੋ ਵੱਖਰੇ ਐਕਟਾਂ ਬਾਬਤ ਗੱਲਬਾਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਐਨਜੀਓ ਨੂੰ ਕਿਵੇਂ ਰਜਿਸਟਰਡ ਕਰਵਾਇਆ ਜਾਂਦਾ ਹੈ, ਕਿਹੜੇ ਦਸਤਾਵੇਜ਼ ਲੋੜੀਂਦਾ ਹੁੰਦੇ ਆ। ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਜੀ। ਦਰਸ਼ਕੋ, ਮੈਂ ਦੱਸ ਦਿਆਂ ਕਿ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਰਾਂ ਨੇ ਹਾਲ ਹੀ ਦੇ ਵਿੱਚ ਫਾਈਟ ਫॉर ਰਾਈਟ ਜਿਹੜੀ ਹੈ ਸੰਸਥਾ ਨੂੰ ਰਜਿਸਟਰਡ ਕਰਾਇਆ ਹੈ। ਇਸ ਬਾਰੇ ਉਹ ਬਾਖੂਬੀ ਸਾਨੂੰ ਜਾਣਕਾਰੀ ਦੇ ਸਕਦੇ ਆ। ਮੈਡਮ, ਸਭ ਤੋਂ ਪਹਿਲਾਂ ਤਾਂ ਸਾਡੇ ਏਕਮ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ, ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਹਾਡੀ ਸੰਸਥਾ ਜਿਹੜੀ ਹੈ ਉਹ ਰਜਿਸਟਰਡ ਹੋ ਚੁੱਕੀ ਹੈ। ਬਿਲਕੁਲ, ਬਹੁਤ ਦੇਰ ਤੋਂ ਪਹਿਲਾਂ ਤਾਂ ਸੋਚ ਰਹੇ ਸੀ ਇਹਨੂੰ ਐਜ਼ ਅ ਕੈਂਪੇਨ ਚਲਾ ਰਹੇ ਸੀਗੇ, ਪਰ ਕਿਉਂਕਿ ਜਦੋਂ ਤੁਸੀਂ ਵੱਡੇ ਲੈਵਲ 'ਤੇ ਕੰਮ ਕਰਨਾ ਆ ਅਤੇ ਜ਼ਿਆਦਾ ਲੋਕਾਂ ਨੂੰ ਪਹੁੰਚ ਕਰਨੀ ਆ, ਜਾਂ ਖਾਸ ਕਰਕੇ ਬਚਪਨ ਬਚਾਓ ਕਰਕੇ,
ਤੇ ਜਿਹੜਾ ਮੇਨ ਮਕਸਦ ਸੀਗਾ ਕਿ ਉਦੋਂ ਜਿਹੜੀਆਂ ਅਨਇੰਪਲੋਇਡ ਕੁੜੀਆਂ ਬੈਠੀਆਂ ਨੇ ਬਟ ਪੜ੍ਹੀਆਂ ਲਿਖੀਆਂ ਨੇ, ਕਿਉਂ ਸਕੂਲ ਜਿਹੜੀ ਬਚਪਨ ਬਚਾਓ ਕੈਂਪੇਨ ਉਹਨਾਂ ਦੇ ਥਰੂ ਕਰਕੇ ਇੰਪਲੋਇਮੈਂਟ ਜਨਰੇਟ ਕੀਤੀ ਜਾਵੇ। ਤਾਂ ਉਸ ਪਰਪਸ ਦੀ ਖਾਤਰ ਜਿਹੜਾ ਹੈਗਾ ਆ ਇਹਨੂੰ ਰਜਿਸਟਰ ਕਰਾਇਆ ਗਿਆ ਆ। ਸੋ ਇਹ ਜ਼ਰੂਰੀ ਵੀ ਸੀਗਾ ਤੇ ਕਿਉਂਕਿ ਇੱਕ ਆਰਗੇਨਾਈਜ਼ਡ ਵੇ ਨਾਲ ਕੰਮ ਕਰਨਾ ਬੜਾ ਸਹੀ ਰਹਿੰਦਾ ਆ। ਜੀ ਮੈਮ, ਤੁਸੀਂ ਖੁਦ ਜਿਹੜਾ ਕਿਸੇ ਸੰਸਥਾ ਨੂੰ ਰਜਿਸਟਰਡ ਕਰਵਾਇਆ ਹੈਗਾ, ਤੁਸੀਂ ਬਾਖੂਬੀ ਜਾਣਦੇ ਹੋਵੋਗੇ ਕਿ ਇਸ ਨੂੰ ਰਜਿਸਟਰਡ ਕਿਵੇਂ ਕਰਾਇਆ ਜਾਂਦਾ ਹੈ। ਇਸ ਬਾਬਤ ਸਾਡੇ ਦਰਸ਼ਕਾਂ ਨੂੰ ਵੀ ਜਾਣਕਾਰੀ ਦਿਓ। ਹਾਂ ਬਿਲਕੁਲ, ਮੈਂ ਇਸ ਚੀਜ਼ ਬਾਰੇ ਸਭ ਨੂੰ ਜਾਣਕਾਰੀ ਦੇਣਾ ਚਾਹੂੰਗੀ ਕਿਉਂਕਿ ਮੈਂ ਕ੍ਰਿਮੀਨਲ ਲਾਅ ਡੀਲ ਕਰਦੀ ਹਾਂ ਤੇ ਮੈਂ ਕਦੇ ਰਜਿਸਟ੍ਰੇਸ਼ਨ ਵਾਲੇ ਦੇ ਵਿੱਚ ਪਈ ਨਹੀਂ। ਥੋੜ੍ਹੇ ਜਿਹੇ ਵੀ ਹੁੰਦਾ ਕਿ ਆਪਾਂ ਲੇਜ਼ੀ ਹੋ ਜਾਂਦੇ ਹਾਂ ਵੀ ਕੌਣ ਆਪ ਐਫਰਟਸ ਕਰੂਗਾ। ਤੇ ਮੈਂ ਨਾ 2 ਦਿਨ ਬਾਅਦ ਉਹ ਜਿਹੜੇ ਸਾਡੇ ਉਹ ਕਲਰਕ ਹੁੰਦੇ ਨੇ ਉੱਥੇ ਕੋਰਟ ਦੇ ਵਿੱਚ ਹੀ ਬੈਠੇ ਹੁੰਦੇ ਆ, ਉਹਨਾਂ ਨੂੰ ਮੈਂ 2-3 ਵਾਰ ਪੈਸੇ ਦਿੱਤੇ। ਮੈਂ ਕਿਹਾ ਜਾ ਕੇ ਕਰ ਲਈ। 2-3 ਵਾਰ ਅਪਲਾਈ ਕਰਕੇ ਮਤਲਬ ਉਹ ਕੋਈ ਗੱਲ ਜੀ ਨਹੀਂ ਬਣੀ। ਮਤਲਬ 2017 ਤੋਂ ਹੀ ਆਲਮੋਸਟ ਇਸੇ ਪ੍ਰੋਸੈਸ ਦੇ ਵਿੱਚ ਸੀਗੇ ਤੇ ਕੀਤਾ ਨਹੀਂ। ਫਿਰ ਜਦੋਂ ਹੁਣ ਅਸੀਂ ਇੱਧਰ ਬਿਜ਼ੀ ਹੋ ਗਏ ਮੂਵਮੈਂਟ ਦੇ ਵਿੱਚ, ਫਿਰ ਅਸੀਂ ਦੇਖਿਆ ਕਿ ਸਾਡੀ ਬਚਪਨ ਬਚਾਓ ਅਤੇ ਹੋਰ ਚੀਜ਼ਾਂ ਨੂੰ ਜਦੋਂ ਜੇ ਚੰਗੇ ਤਰੀਕੇ ਨਾਲ ਲੈ ਕੇ ਜਾਣਾ ਤਾਂ ਓਬਵੀਅਸ ਵੀ ਆਲਸੋ ਨੀਡ ਕਿ ਸਾਡਾ ਵੀ ਜਿਹੜੀ ਇਨਕਮ ਆ, ਕਿਉਂਕਿ ਸਾਡੇ ਘਰ ਦੇ ਆ ਫੈਮਿਲੀ ਮੈਂਬਰਸ ਆ, ਸਾਰੇ ਜਾਣੇ ਪੁੱਛਦੇ ਆ ਕਿ ਆਪਾਂ ਤੁਹਾਨੂੰ ਇਹ 'ਚ ਹੈਲਪ ਕਰਨਾ ਆ। ਤਾਂ ਆਈ ਡੋਂਟ ਵਾਂਟ ਕਿ ਉਹ ਸਾਰੀ ਚੀਜ਼ ਉਹ ਮੇਰੇ ਅਕਾਊਂਟ ਦੇ ਵਿੱਚ ਮੇਰੇ ਘਰ ਦੇ ਭੇਜਣ। ਮਤਲਬ ਮੈਂ ਦੁਨੀਆ ਦੀ ਗੱਲ ਨਹੀਂ ਕਰਦੀ, ਆਪਣੇ ਰਿਲੇਟਿਵਸ ਹੈਗੇ ਨੇ ਤਾਂ ਕਿਉਂ ਨਾ ਮੈਨੂੰ ਲੱਗਿਆ ਕਿ ਇੱਕ ਜੇ ਫੇਅਰ ਸਿਸਟਮ ਬਣਾਉਣਾ ਆ ਤਾਂ NGO ਨੂੰ ਰਜਿਸਟਰ ਕਰਾਇਆ ਜਾਵੇ, ਇਹਦਾ ਅਕਾਊਂਟ ਖੁਲਵਾਇਆ ਜਾਵੇ। ਹੁਣ ਮੈਂ ਵੀ ਜਿਹੜੀ ਚੀਜ਼ ਹੁਣ ਮੰਨ ਲਓ ਮੈਂ ਜੋਤੀ ਸਰੂਪ ਕੰਨਿਆ ਆਸਰਾ ਰਾਸ਼ਨ ਦਿੰਦੀ ਹਾਂ ਜਾਂ ਕੋਈ ਵੀ ਚੀਜ਼ ਆ, ਉਹ ਮੈਂ ਆਪਦੇ ਅਕਾਊਂਟ ਤੋਂ ਪੇ ਕਰਦੀ ਹਾਂ ਅਤੇ ਉਹ ਮੈਂ ਕੈਸ਼ 'ਚ ਪੇ ਕਰਦੀ ਹਾਂ। ਹੁਣ ਮੈਂ ਆਪਦੇ ਅਕਾਊਂਟ ਤੋਂ ਸਿੱਧਾ NGO ਦੇ ਅਕਾਊਂਟ 'ਚ ਟਰਾਂਸਫਰ ਕਰੂੰਗੀ। NGO ਦੇ ਅਕਾਊਂਟ ਤੋਂ ਮੈਂ ਉਹ ਚੀਜ਼ ਕਰੂੰਗੀ ਜਿਹੜੀ ਚੀਜ਼ ਦੀ ਵੀ ਮੈਂ ਡੋਨੇਸ਼ਨ ਕਰਨਾ ਚਾਹੁੰਦੀ ਹਾਂ। ਅਤੇ ਉਹ ਚੀਜ਼ ਨਾਲ ਹੁੰਦਾ ਕਿ ਇੱਕ ਤਾਂ ਸਾਡੀ ਜਿਹੜੀ ਇਨਕਮ ਟੈਕਸ ਆ ਉਹ ਸੇਵ ਹੁੰਦਾ ਆ, ਜਿਹੜਾ ਉੱਦਾਂ ਨਹੀਂ ਸੇਵ ਹੁੰਦਾ। ਪਰ ਜਦੋਂ ਤੁਸੀਂ ਕਿਸੇ NGO ਦੇ ਅਕਾਊਂਟ ਦੇ ਵਿੱਚ ਕਰਦੇ ਹੋ ਤਾਂ ਓਬਵੀਅਸ ਤੁਹਾਡਾ ਇਨਕਮ ਟੈਕਸ ਜਿਹੜਾ ਹੈਗਾ ਸੇਵ ਹੁੰਦਾ ਆ। ਤਾਂ ਹਰ ਸਾਲ ਸਾਡਾ ਕੀ ਹੁੰਦਾ ਸੀਗਾ ਕਿ ਅਸੀਂ ਸਾਰੇ ਜਾਣੇ ਰਲ ਕੇ ਲੱਖਾਂ ਰੁਪਏ ਇਸ ਚੀਜ਼ ਦੇ ਲਈ ਲਾਉਂਦੇ ਸੀਗੇ, ਪਰ ਉਸ ਚੀਜ਼ ਦਾ ਸਾਨੂੰ ਕਦੇ ਵੀ ਇਨਕਮ ਟੈਕਸ ਦੇ ਵਿੱਚ ਬੈਨੀਫਿਟ ਨਹੀਂ ਹੁੰਦਾ ਸੀਗਾ। ਸੋ ਇਹ ਪਰਪਸ ਵੀ ਸੀਗਾ ਸਾਡਾ ਵੀ ਅਸੀਂ ਇਹਨੂੰ ਕਰਾਈਏ ਰਜਿਸਟਰ। ਅਤੇ ਧੱਕੇ ਉਹੀ ਇਹ ਆ ਵੀ ਧੱਕੇ ਖਾ ਕੇ ਸਮਝ ਆਉਂਦੀ ਆ। ਅਤੇ ਜਦੋਂ ਦੇਖਿਆ ਵੀ ਇਹ ਨਾ ਕੋਈ ਕੰਮ ਕਰ ਹੀ ਨਹੀਂ ਰਿਹਾ, ਹਰ ਕੋਈ ਮਤਲਬ ਇੱਕ ਸਹੀ ਵੇ ਨਾਲ ਨਹੀਂ ਕਰ ਰਿਹਾ, ਫਿਰ ਮੈਨੂੰ ਲੱਗਿਆ ਕਿਉਂਕਿ ਕੌਨਸਟੀਟਿਊਸ਼ਨ ਬਣਾਉਣਾ ਹੁੰਦਾ ਉਹ ਮੇਰਾ ਆਲਰੇਡੀ ਪ੍ਰੀਪੇਅਰ ਸੀ। ਮੈਂ 2015 ਦੇ ਵਿੱਚ ਹੀ ਜਿਹੜਾ ਹੈਗਾ ਸੀ ਇੱਕ ਕੌਨਸਟੀਟਿਊਸ਼ਨ ਬਣਾਇਆ ਹੋਇਆ ਸੀ NGO ਦਾ। ਅਤੇ 2017 'ਚ ਜਦੋਂ ਮੈਂ ਐਜ਼ ਇਹਨੂੰ ਕੈਂਪੇਨ ਸ਼ੁਰੂ ਕੀਤਾ ਤਾਂ ਉਦੋਂ ਵੀ ਕੋਸ਼ਿਸ਼ ਕੀਤੀ ਅਤੇ ਇੱਕ ਵਧੀਆ ਵੇ ਦਾ ਬਣਾਇਆ। ਪਰ ਹੁਣ ਅਸੀਂ ਦੁਬਾਰਾ 2020 ਦੇ ਵਿੱਚ ਬੈਠ ਕੇ ਇਹਨੂੰ ਚੰਗੀ ਤਰ੍ਹਾਂ ਸਟੱਡੀ ਕਰਕੇ ਇੱਕ ਨਵੇਂ ਵੇ ਦਾ ਆਪਣੇ ਆਪ ਕੌਨਸਟੀਟਿਊਸ਼ਨ ਇਹਦਾ ਰੈਡੀ ਕੀਤਾ ਕਿ ਜੋ ਰਿਕੁਆਇਰਮੈਂਟ ਸਾਡੀਆਂ ਹੈਗੀਆਂ ਨੇ, ਚੰਗੀ ਤਰ੍ਹਾਂ ਜਿਹੜਾ ਰਜਿਸਟ੍ਰੇਸ਼ਨ ਐਕਟ ਆ ਉਹਨੂੰ ਪੜ੍ਹਿਆ ਕਿ ਇਹ ਕਿਵੇਂ ਆਪਾਂ ਅਪਲਾਈ ਕਰ ਸਕਦੇ ਹਾਂ, ਕੀ ਇਹਦੇ ਰੂਲ ਅਤੇ ਰੈਗੂਲੇਸ਼ਨ ਹੁੰਦੇ ਆ, ਕੀ ਮੈਂਬਰਸ਼ਿਪ ਫੀਸ ਹੁੰਦੀ ਆ, ਕਿੰਨੇ ਮੈਂਬਰਸ ਹੋਣੇ ਚਾਹੀਦੇ ਆ। ਸੋ ਸਾਰੀ ਸਟੱਡੀ ਕੀਤੀ ਅਤੇ ਫਿਰ ਉਦੋਂ ਬਾਅਦ ਵਿੱਚ ਮੈਂ ਰਮਨ ਨੂੰ ਸੈਕਟਰ 17 ਭੇਜਿਆ ਕਿਉਂਕਿ ਰਮਨ ਦੀ ਡਿਊਟੀ ਸੀਗੀ। ਅਸੀਂ ਡਿਊਟੀਜ਼ ਵੰਡ ਲੈਂਦੇ ਹਾਂ ਸਾਰੇ ਜਾਣੇ। ਰਮਨ ਦੀ ਇਸ ਚੀਜ਼ ਦੇ ਉੱਤੇ ਡਿਊਟੀ ਸੀਗੀ ਅਤੇ ਹਰਮਲਾਪ ਦੀ ਡਿਊਟੀ ਸੀਗੀ ਕਿ ਉਹਨੇ ਸਾਰੇ ਡਾਕੂਮੈਂਟਸ ਜਿਹੜੇ ਹੈਗੇ ਆ ਉਹ ਰੈਡੀ ਕਰਨੇ ਨੇ ਅਤੇ ਉਹਨੇ ਔਨਲਾਈਨ ਜਿਹੜਾ ਅਪਲਾਈ ਕਰਨਾ ਉਹਨੇ ਅਪਲਾਈ ਕੀਤਾ। ਰਮਨ ਸਾਰਾ ਪਤਾ ਕਰਕੇ ਆਈ ਅਤੇ ਔਨਲਾਈਨ ਇੱਕ ਇਹਦੀ ਸਾਈਟ ਹੁੰਦੀ ਹੈ ਪੰਜਾਬ ਇੰਡਸਟਰੀਜ਼ ਦੀ, ਮੈਂ ਤੁਹਾਨੂੰ ਦਿਖਾ ਦੂੰਗੀ ਲੈਪਟਾਪ ਤੋਂ ਦਿਖਾ ਦੂੰਗੀ ਤਾਂ ਕਿ ਹੋਰ ਕਿਸੇ ਨੂੰ ਵੀ ਹੈਲਪ ਹੋ ਜਾਏ। ਉਹਦੇ ਵਿੱਚ ਆਪਾਂ ਅਪਲਾਈ ਕਰਨਾ ਹੁੰਦਾ ਆ। ਜਿਹੜੀਆਂ NGOs ਜਾਂ ਸੁਸਾਇਟੀਜ਼ 2 ਐਕਟ ਹੁੰਦੇ ਆ, ਇੱਕ ਤਾਂ ਟਰਸਟ ਹੁੰਦਾ ਆ, ਇੱਕ ਸੁਸਾਇਟੀਜ਼ ਐਕਟ ਹੁੰਦਾ ਜਿਹੜਾ ਆਹ ਹੁੰਦਾ ਆ ਇਹ ਇਹਦੇ ਅੰਡਰ ਹੁੰਦਾ। ਜਿਵੇਂ ਮੇਰੇ ਵਾਲਾ ਆ ਦੇਖੋ ਹੈ ਨਾ, ਇਹ ਇੱਦਾਂ ਹੁੰਦਾ ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ। ਇਹ 1860 'ਚ ਬਣਿਆ ਸੀ ਪਰ ਪੰਜਾਬ ਨੇ ਇਹਨੂੰ 1957 ਦੇ ਵਿੱਚ ਅਮੈਂਡਮੈਂਟ ਇਹਦੀ ਕੀਤੀ ਸੀ। ਸੋ ਪੰਜਾਬ ਦੇ ਇਹਦੇ ਤਹਿਤ ਜਿਹੜੀ ਹੈਗੀ ਆ NGOs ਜਿਹੜੀਆਂ ਹੈਗੀਆਂ ਨੇ ਰਜਿਸਟਰ ਹੁੰਦੀਆਂ ਨੇ ਅਤੇ ਇਹਨੂੰ ਰਜਿਸਟਰਾਰ ਹੈਗਾ ਜਿਹੜਾ ਸੁਸਾਇਟੀਜ਼ ਐਂਡ ਫਰਮ ਜਿੱਥੇ ਪਾਰਟਨਰਸ਼ਿਪ ਫਰਮ ਵੀ ਬਣਦੀਆਂ ਨੇ ਜਾਂ ਉਹ ਜਿਹੜੇ ਰਜਿਸਟਰ ਕਰਦੇ ਆ ਉਹ ਇਹਦਾ ਰਜਿਸਟਰਾਰ ਹੁੰਦਾ, ਉਹਨੇ ਸਰਟੀਫਿਕੇਟ ਜਿਹੜਾ ਇਹਦਾ ਦੇਣਾ ਹੁੰਦਾ ਆ। ਅਤੇ ਇਹਦੇ ਲਈ ਅਲੱਗ-ਅਲੱਗ ਮਤਲਬ ਹੁੰਦਾ ਆ। ਜੇ ਤੁਸੀਂ ਇੱਕ ਡਿਸਟ੍ਰਿਕਟ ਦਾ ਕਰਾਉਣਾ ਆ ਤਾਂ ਉਸ ਡਿਸਟ੍ਰਿਕਟ ਦੇ ਮੈਂਬਰ ਹੁੰਦੇ ਆ। ਜੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਕਰਨਾ ਤਾਂ ਪੰਜਾਬ ਦੀਆਂ ਡਿਸਟ੍ਰਿਕਟਸ ਦੇ ਮੈਂਬਰ ਹੋਣੇ ਚਾਹੀਦੇ ਆ ਤੁਹਾਡੇ ਵਿੱਚ ਇਹਦੇ ਵਿੱਚ, ਅਤੇ ਫਿਰ ਉਹਦਾ ਇੱਕ ਮੇਨ ਆਫਿਸ ਡਿਸਾਈਡ ਕਰਨਾ ਹੁੰਦਾ ਆ। ਅਤੇ ਜੇ ਤੁਸੀਂ ਸਟੇਟ ਵਾਈਜ਼ ਲੈਣਾ ਤਾਂ 7 ਸਟੇਟਸ ਦੇ ਜਿਹੜੇ ਹੈਗੇ ਆ ਮੇਨ ਮੈਂਬਰਸ ਤੁਹਾਡੇ ਨਾਲ ਇਹਦੇ ਹੋਣੇ ਚਾਹੀਦੇ ਆ, ਤਾਂ ਉਹ ਆਲ ਓਵਰ ਇੰਡੀਆ ਦੇ ਵਿੱਚ ਹੁੰਦੀ ਆ। ਫਿਰ ਉਸੇ ਤਰ੍ਹਾਂ ਵਰਲਡ ਲੈਵਲ 'ਤੇ ਚਲੀ ਜਾਂਦੀ ਆ। ਸੋ ਬਟ ਉਹਦਾ ਰਜਿਸਟਰ ਹੁਣ ਜਿਵੇਂ
ਸਾਡੀ ਆ, ਸਾਡੀ ਮੋਹਾਲੀ ਦੇ ਵਿੱਚ ਰਜਿਸਟਰਡ ਆ ਅਤੇ ਆਲ ਓਵਰ ਪੰਜਾਬ ਦੇ ਵਿੱਚ ਇਹ ਕੰਮ ਕਰਦੀ ਆ। ਸਾਡੇ ਜਿਹੜੇ ਮੈਂਬਰ ਹੈਗੇ ਨੇ ਉਹ ਫਰੀਦਕੋਟ, ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ, ਮੋਹਾਲੀ, ਪਟਿਆਲਾ, ਇੱਥੇ ਦੇ ਖਾਸ ਮਤਲਬ ਮੇਨ ਮੈਂਬਰ ਇੱਥੇ ਦੇ ਨੇ ਸਾਡੇ ਜਿਹੜੇ ਹੈਗੇ ਆ, ਜਿਹੜੇ ਸ਼ੁਰੂ ਤੋਂ ਹੀ ਸਾਡੇ ਉਹੀ ਮੈਂਬਰਸ ਨੇ ਜਿਹੜੇ ਅਸੀਂ ਆਲਰੇਡੀ ਬਚਪਨ ਬਚਾਓ ਮੁਹਿੰਮ ਚਲਾ ਰਹੇ ਸੀਗੇ ਜਾਂ ਫਾਈਟ ਫॉर ਰਾਈਟ ਦੇ ਵਿੱਚ ਚਲਾ ਰਹੇ ਸੀਗੇ। ਹੁਣ ਇਹਦੇ ਵਿੱਚ ਕੌਨਸਟੀਟਿਊਸ਼ਨ ਬਣਾਈ ਦਾ, ਮੈਂ ਤੁਹਾਨੂੰ ਦੱਸਿਆ ਨਾ ਕਿ ਇੱਕ ਕੌਨਸਟੀਟਿਊਸ਼ਨ ਹੁੰਦਾ ਆ, ਕੌਨਸਟੀਟਿਊਸ਼ਨ ਹੁੰਦਾ ਉਹਦੇ ਵਿੱਚ ਤੁਸੀਂ ਦੱਸਣਾ ਹੁੰਦਾ ਆ ਕਿ ਜਿਵੇਂ ਆਹ ਸਾਡੇ ਵਾਲੇ ਦਾ ਹੈ ਨਾ, ਕਿਉਂਕਿ ਇੱਦਾਂ ਦਿਖਾ ਕੇ ਹੀ ਸਮਝ ਆਉਂਦੀ ਆ ਕਿ ਇਹ ਹੈਗਾ ਕੌਨਸਟੀਟਿਊਸ਼ਨ ਆ ਸੁਸਾਇਟੀ ਦਾ ਜੀ। ਅਤੇ ਇਹਦੇ ਵਿੱਚ ਆ ਕਿ ਸੁਸਾਇਟੀ ਦਾ ਨਾਮ ਕੀ ਆ, ਇਹਦਾ ਰਜਿਸਟਰਡ ਆਫਿਸ ਕਿੱਥੇ ਹੋਊਗਾ, ਫਿਰ ਇਹਦੇ ਏਮ ਅਤੇ ਓਬਜੈਕਟ ਕੀ ਆ, ਵੀ ਤੁਸੀਂ ਕਿਸ ਪਰਪਸ ਲਈ ਜਿਹੜੀ ਹੈਗੀ ਆ ਸੁਸਾਇਟੀ ਆ ਬਣਾਉਣੀ ਆ, ਠੀਕ ਹੈ। ਫਿਰ ਇਹਦੇ ਮੇਨ ਜਿਹੜੇ ਹੈਗੇ ਵੀ ਤੁਸੀਂ ਇਹ ਤੋਂ ਕੀ ਅਚੀਵ ਕਰਨਾ ਚਾਹੁੰਦੇ ਆ। ਇਹਦੇ ਵਿੱਚ ਜਿਵੇਂ ਅਸੀਂ ਸਾਰਾ ਦੱਸਿਆ ਕਿ ਫਰੀ ਲੀਗਲ ਏਡ ਟੂ ਰੇਪ ਵਿਕਟਮਸ ਇਨ ਨੀਡ ਐਂਡ ਅਵੇਅਰ ਦੈਮ, ਹੈ ਨਾ, ਅਬਾਊਟ ਫਰੀ ਲੀਗਲ ਏਡ ਅਥਾਰਟੀ ਆਫ ਇੰਡੀਆ। ਇੰਡੀਆ ਦੀ ਪੂਰੇ ਦੇਸ਼ ਦੇ ਵਿੱਚ ਸੁਪਰੀਮ ਕੋਰਟ, ਹਾਈ ਕੋਰਟ, ਡਿਸਟ੍ਰਿਕਟ ਕੋਰਟਸ ਸਾਡੇ ਕੋਲ ਫਰੀ ਲੀਗਲ ਏਡ ਅਥਾਰਟੀ ਆ, ਬਟ ਉਹਦੇ ਬਾਰੇ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ। ਸੋ ਅਸੀਂ ਇਹਦੇ ਵਿੱਚ ਆਪਣਾ ਇੱਕ ਪਰਪਸ ਰੱਖਿਆ ਆ ਕਿ ਅਸੀਂ ਉਹਦੇ ਬਾਰੇ ਲੋਕਾਂ ਨੂੰ ਅਵੇਅਰ ਜ਼ਰੂਰ ਕਰਨਾ, ਕਿਉਂਕਿ ਜਿਨ੍ਹਾਂ ਨੂੰ ਫਰੀ ਲੀਗਲ ਏਡ ਮਿਲ ਸਕਦੀ ਆ, ਕਿਉਂਕਿ ਫਰੀ ਲੀਗਲ ਏਡ ਅਥਾਰਟੀ ਨੇ ਅਕੋਰਡਿੰਗ ਟੂ ਕੇਸ 5000 7,500 ਇੱਦਾਂ ਹੈ ਨਾ ਵਕੀਲ ਨੂੰ ਪੇ ਕਰਨਾ ਹੁੰਦਾ ਆ, ਅਤੇ ਉਹਦੇ ਤੋਂ ਹੀ ਜਿਹੜਾ ਹੈਗਾ ਆ ਫਿਰ ਉਹ ਵਕੀਲ ਕੰਮ ਕਰਦੇ। ਅਤੇ ਜਿਹੜੇ ਜੋ ਵੀ ਜਿਹੜੇ ਵਿਕਟਮ ਹੁੰਦੇ ਆ ਜਾਂ ਜਿਨ੍ਹਾਂ ਨੇ ਵੀ ਵਕੀਲ ਹਾਇਰ ਕੀਤਾ ਹੁੰਦਾ ਆ, ਉਹਨਾਂ ਨੂੰ ਟੋਟਲੀ ਫਰੀ ਦੇ ਵਿੱਚ ਉਹ ਲੀਗਲ ਏਡ ਉੱਥੋਂ ਮਿਲਦੀ ਆ, ਪਰ ਇਹਦੇ ਬਾਰੇ ਲੋਕ ਅਵੇਅਰ ਹੀ ਨਹੀਂ ਹੁੰਦੇ ਹੈਗੇ। ਸੋ ਸਾਡਾ ਇਹ ਵੀ ਪਰਪਸ ਆ। ਦੂਜਾ ਸਾਡਾ ਪਰਪਸ ਹੈ ਨਾ, ਅਸੀਂ ਜਿਹੜਾ ਵੀ ਮਤਲਬ ਤੁਹਾਡੀ ਸੁਸਾਇਟੀ ਦਾ ਕਿਸੇ ਦਾ ਵੀ ਪਰਪਸ ਹੋਊਗਾ ਉਹ ਉਸ ਚੀਜ਼ ਬਾਰੇ ਲਿਖੋ ਕਿ ਮੇਰਾ ਆਹ ਮਕਸਦ ਆ, ਮੈਂ ਐਜੂਕੇਸ਼ਨ 'ਤੇ ਕਰਨਾ ਚਾਹੁੰਦਾ ਹਾਂ ਤਾਂ ਐਜੂਕੇਸ਼ਨ ਦੇ ਵਿੱਚ ਕਿਹੜੇ ਰਿਫੋਰਮ ਕਰਨਾ ਚਾਹੁੰਦਾ। ਜੇ ਕੋਈ ਮੈਡੀਕਲ ਹੈਲਪ ਨਾਲ ਰਿਲੇਟਡ ਹੈਗਾ, ਫਿਰ ਉਹ ਉਹਦੇ ਕੌਨਸਟੀਟਿਊਸ਼ਨ 'ਚ ਲਿਖੋ ਕਿ ਸਾਡਾ ਵੀ ਇਹ ਨਾਮ ਆ, ਇੱਦਾਂ ਆ। ਉਹ ਨਾਮ ਦੀ ਵੀ ਇੱਕ ਗੱਲ ਆ ਕਿ ਉਹ ਨਾਮ ਦੇ ਵਿੱਚ ਜਿਹੜੇ ਐਂਬਲਮ ਐਕਟ ਹੈਗਾ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਦਿੱਤੀਆਂ ਹੋਈਆਂ ਉਹ ਨਹੀਂ ਤੁਸੀਂ ਯੂਜ਼ ਕਰ ਸਕਦੇ ਹੈਗੇ। ਪੰਜਾਬ ਸਟੇਟ ਆ ਹੈ ਨਾ, ਪੰਜਾਬ ਦਾ ਨਾਮ ਨਹੀਂ ਤੁਸੀਂ ਯੂਜ਼ ਕਰ ਸਕਦੇ। ਜਿਵੇਂ ਮੇਰੀ ਫਾਈਟ ਫॉर ਰਾਈਟ ਪੰਜਾਬ ਸੀਗੀ, ਫਾਈਟ ਫॉर ਰਾਈਟ ਪੰਜਾਬ ਦੀ ਵੋਇਸ ਆਫ ਅਨਹਰਡ ਵਿਕਟਮ, ਮੇਰੀ ਜਿਹੜੀ ਵੈਬਸਾਈਟ ਆ ਉਹ ਵੀ ਉਸ ਨਾਂ ਦੇ ਉੱਤੇ ਫਾਈਟ ਫॉर ਰਾਈਟ ਪੰਜਾਬ .com ਦੇ ਨਾਂ 'ਤੇ। ਅਤੇ ਪਰ ਉਹਨਾਂ ਨੇ ਫਿਰ ਉਸ ਚੀਜ਼ 'ਤੇ ਓਬਜੈਕਸ਼ਨ ਲਾਈ। ਫਿਰ ਸਾਨੂੰ ਪਤਾ ਲੱਗਿਆ ਕਿ ਨਹੀਂ, ਆਪਾਂ ਪੰਜਾਬ ਵਰਡ ਨਹੀਂ ਯੂਜ਼ ਕਰ ਸਕਦੇ ਕਿਉਂਕਿ ਪੰਜਾਬ ਇੱਕ ਸਟੇਟ ਦਾ ਨਾਮ ਆ, ਅਤੇ ਸਟੇਟ ਦਾ ਨਾਮ ਨਹੀਂ। ਹੁਣ ਤੁਸੀਂ ਕਿਸੇ ਨੇ ਵੀ ਆਪਣੀ NGO ਦਾ ਨਾਮ ਰੱਖਣਾ, ਉਹਦੇ ਲਾਸਟ ਦੇ ਵਿੱਚ ਜ਼ਰੂਰ ਆਪਾਂ ਲਗਾ ਸਕਦੇ ਹਾਂ ਵੀ ਇਹ ਪੰਜਾਬ ਦੇ ਵਿੱਚ ਸਿਚੁਏਟਡ ਆ, ਬਟ ਅਸੀਂ ਪੰਜਾਬ ਵਰਡ ਨਹੀਂ ਯੂਜ਼ ਕਰ ਸਕਦੇ ਹੈਗੇ। ਮਤਲਬ PUN ਜੋ ਪੰਜਾਬ ਦੇ ਸਪੈਲਿੰਗ ਆ ਉਹ ਨਹੀਂ ਯੂਜ਼ ਕਰ ਸਕਦੇ। ਹਾਂ, ਕਿਸੇ ਹੋਰ ਤਰੀਕੇ ਨਾਲ ਕਈ ਲੋਕ ਯੂਜ਼ ਕਰ ਲੈਂਦੇ ਆ ਹੈ ਨਾ, ਤਾਂ ਉਹ ਗੱਲ ਅੱਡਾ। ਜਿਵੇਂ ਪੱਪਾ ਇਹਦਾ ਪਾ ਲੈਂਦੇ ਆ ਅਤੇ JAMB ਕਰ ਲੈਂਦੇ ਆ, ਉਹ ਅਲੱਗ ਆ। ਮਤਲਬ ਉਹਦੇ ਵਰਗੇ ਨਹੀਂ ਹੋਣੇ ਚਾਹੀਦੇ। ਆਪਾਂ ਜਿਹੜੀ ਵੀ ਚੀਜ਼ ਇੰਡੀਆ ਦੀ ਕਿਸੇ ਸਟੇਟ ਨਾਲ ਰਿਲੇਟਡ ਆ, ਇੰਡੀਅਨ ਕੌਨਸਟੀਟਿਊਸ਼ਨ ਨਾਲ ਰਿਲੇਟਡ ਆ, ਗਵਰਨਮੈਂਟ ਨਾਲ ਰਿਲੇਟਡ ਆ, ਵੀ ਕੈਨੋਟ ਯੂਜ਼ ਦੈਟ ਆਪਣੇ ਨਾਮ ਦੇ ਵਿੱਚ। ਫਿਰ ਇੱਕ ਹੈੱਡ ਆਫਿਸ ਜਿਹੜਾ ਹੁੰਦਾ ਆ ਉਹ ਬਣਾਉਣਾ ਪੈਂਦਾ। ਹੈੱਡ ਆਫਿਸ ਦਾ ਤੁਹਾਡਾ ਜਿਹੜਾ ਹੈਗਾ ਆ ਉਹਦਾ ਐਡਰੈਸ ਆ ਜਿਹੜਾ ਪ੍ਰੈਜ਼ੀਡੈਂਟ ਦਾ ਹੋਣਾ ਚਾਹੀਦਾ ਆ, ਅਤੇ ਉਹਦਾ ਲੈਂਡ ਪ੍ਰੂਫ ਵੀ ਹੋਣਾ ਚਾਹੀਦਾ। ਜੇ ਤਾਂ ਤੁਸੀਂ ਰੈਂਟ 'ਤੇ ਲਈ ਹੋਈ ਆ ਤਾਂ ਰੈਂਟ ਐਗਰੀਮੈਂਟ ਉਹਦੇ ਵਿੱਚ ਹੋਣਾ ਚਾਹੀਦਾ ਆ। ਫਿਰ ਬਿਜਲੀ ਦਾ ਬਿੱਲ ਐਂਡ ਆਲ ਸਾਰਾ ਕੁਛ ਉਹ ਜਿਹੜਾ ਆਪਾਂ ਨੂੰ ਸਬਮਿਟ ਕਰਨਾ ਪੈਂਦਾ। ਜਿਵੇਂ ਮੈਂ ਰਜਿਸਟਰੀ ਸਬਮਿਟ ਕੀਤੀ ਆ ਆਪਣੀ, ਕਿਉਂਕਿ ਓਬਵੀਅਸ ਮੇਰਾ ਹੈੱਡ ਆਫਿਸ ਮੇਰਾ ਜਿਹੜਾ ਹੈਗਾ ਆ ਇਹ ਘਰ ਦਾ ਹੀ ਆ, ਅਤੇ ਘਰ ਦੇ ਵਿੱਚ ਜਿਹੜਾ ਮੇਰਾ ਸਟੱਡੀ ਰੂਮ ਬਣਾਇਆ, ਇਹਨੂੰ ਫਾਈਟ ਫॉर ਰਾਈਟ ਦਾ ਅਸੀਂ ਆਫਿਸ ਬਣਾਇਆ ਹੋਇਆ ਆ ਜੀ। ਅਤੇ ਇਸ ਪਰਪਸ ਦੀ ਖਾਤਰ ਅਸੀਂ ਇੱਥੇ ਦਾ ਐਡਰੈਸ ਦਿੱਤਾ, ਅਤੇ ਮੇਰੀ ਜਿਹੜੀ ਹੈਗੀ ਆ ਰਜਿਸਟਰੀ ਅਸੀਂ ਉਹਦੇ ਵਿੱਚ ਯੂਜ਼ ਕੀਤੀ ਆ ਜੀ, ਅਤੇ ਮੇਰਾ ਆਧਾਰ ਕਾਰਡ ਯੂਜ਼ ਕੀਤਾ। ਜਿਹੜਾ ਵੀ ਸੁਸਾਇਟੀ ਦਾ ਫਿਰ 7 ਮੈਂਬਰ ਬਹੁਤ ਜ਼ਰੂਰੀ ਨੇ ਕਿਸੇ ਵੀ ਸੁਸਾਇਟੀ ਨੂੰ ਰਜਿਸਟਰ ਕਰਨ ਲਈ। 7 ਮੈਂਬਰ ਦੀ ਪੋਸਟ ਕੋਈ ਵੀ ਹੋ ਸਕਦੀ ਆ, ਪਰ 3 ਪੋਸਟ ਜਿਹੜੀਆਂ ਨੇ ਉਹ ਬਹੁਤ ਜ਼ਰੂਰੀ ਨੇ ਕਰਨੀਆਂ, ਪ੍ਰੈਜ਼ੀਡੈਂਟ, ਸੈਕਟਰੀ ਅਤੇ ਟਰੈਜ਼ਰਰ। ਸਾਡੇ ਹੁਣ ਕੋਈ ਵੀ ਕੰਮ ਆ ਪ੍ਰੈਜ਼ੀਡੈਂਟ, ਸੈਕਟਰੀ ਅਤੇ ਟਰੈਜ਼ਰਰ ਦੇ ਸਾਈਨ ਤੋਂ ਬਿਨਾਂ ਨਹੀਂ ਹੋਊਗਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹਦੇ ਵਿੱਚ ਆਪਾਂ ਵੈਬਸਾਈਟ ਦੇ ਉੱਤੇ ਕਰਤਾ। ਹੁਣ ਆਪਾਂ ਨੂੰ ਕਿਹੜੇ ਡਾਕੂਮੈਂਟ ਚਾਹੀਦੇ, ਮੈਂ ਤੁਹਾਨੂੰ ਦੱਸਿਆ ਕੌਨਸਟੀਟਿਊਸ਼ਨ ਚਾਹੀਦਾ ਆ। 7 ਮੈਂਬਰ ਆ, 7 ਮੈਂਬਰਾਂ ਦੇ ਆਧਾਰ ਕਾਰਡ ਜੀ, ਉਹਨਾਂ ਦੀ ਪੋਸਟ ਕੀ ਆ, ਉਹਨਾਂ ਦੇ ਸਾਈਨ, ਠੀਕ ਆ, ਉਹ ਚਾਹੀਦੀ ਆ। ਅਤੇ ਫਿਰ ਇਹ ਦੇਖੋ ਇੱਧਰ ਆਪਣੀ ਜਿਹੜੀ ਵੀ ਸੁਸਾਇਟੀ ਇਹਦੀ ਓਬਵੀਅਸ ਜੀ ਗੱਲ ਆ, ਵੀ ਸ਼ੁੱਡ ਹੈਵ ਸਟੈਂਪ ਆਲਸੋ, ਹੈ ਨਾ। ਸੁਸਾਇਟੀ ਦੀ ਸਟੈਂਪ ਵੀ ਸਾਡੇ ਕੋਲ ਹੋਣੀ ਚਾਹੀਦੀ ਆ। ਉਸ ਤੋਂ ਬਿਨਾਂ ਕੌਨਸਟੀਟਿਊਸ਼ਨ 'ਚ ਤਾਂ ਚਲੋ ਅਸੀਂ ਸਾਰੀਆਂ ਚੀਜ਼ਾਂ ਬਾਏ ਲਾਜ਼ ਜਿਹੜੇ ਹੈਗੇ ਉਹ ਤਾਂ ਮੈਨਸ਼ਨ ਕਰ ਹੀ ਦਿੱਤੇ ਆ ਵੀ ਕਿਵੇਂ ਦਾ ਹੋਏਗਾ। ਅਤੇ ਉਸ ਤੋਂ ਬਿਨਾਂ ਮੈਂ ਹੁਣ ਤੁਹਾਨੂੰ ਦਿਖਾਉਂਦੀ ਹਾਂ।
ਅੱਛਾ ਇਹਦੇ ਵਿੱਚ ਉਹ ਡਾਕੂਮੈਂਟ ਨਹੀਂ ਹੈਗੇ। ਤੁਸੀਂ ਆਪਣੀ NGO ਦਾ ਇੱਕ ਜਿਹੜਾ ਹੈਗਾ ਆ ਲੈਟਰ ਹੈਡ ਬਣਾਉਣਾ ਆ ਤੇ ਲੈਟਰ ਹੈਡ ਦੇ ਉੱਤੇ ਰੈਜ਼ੋਲੂਸ਼ਨ ਪਾਸ ਕਰਨਾ ਆ। ਇੱਕ ਤਾਂ ਕਿ ਸਾਰਿਆਂ ਨੇ ਡਿਸੀਜ਼ਨ ਲਿਆ ਆ ਕਿ ਅਸੀਂ ਆਪਣੀ ਜਿਹੜੀ NGO ਹੈਗੀ ਇਹਨੂੰ ਰਜਿਸਟਰ ਕਰਵਾਉਣਾ ਆ ਤੇ ਇੱਕ ਰੈਜ਼ੋਲੂਸ਼ਨ ਪਾਸ ਕਰਨਾ ਆ ਕਿ ਅਸੀਂ ਇਹਨਾਂ ਮੈਂਬਰਸ ਨੂੰ ਆਹ ਪੋਸਟ ਦੇ ਰਹੇ ਹਾਂ ਕਿਉਂਕਿ ਇਹ ਇਲੈਕਸ਼ਨ ਹੁੰਦੀ ਆ। ਠੀਕ, ਫਿਰ ਉਸ ਤੋਂ ਬਿਨਾਂ ਜਨਰਲ ਬਾਡੀ ਦੀ ਮੀਟਿੰਗ ਹੋਊਗੀ। ਜਨਰਲ ਬਾਡੀ ਦੇ ਜਿਹੜੇ ਹੈਗੇ ਆ 3/4 ਜਿਹੜੀ ਮੈਜੋਰਿਟੀ ਹੈਗੀ ਆ ਉਹਨੇ ਡਿਸੀਜ਼ਨ ਲੈਣਾ। ਸੋ ਸਾਨੂੰ ਆਪਣੀ ਜਨਰਲ ਬਾਡੀ ਦੇ ਵਿੱਚ ਜਿੰਨੇ ਟੋਟਲ ਤੁਹਾਡੇ ਮੈਂਬਰ ਹੈਗੇ ਆ ਉਹਨਾਂ ਦੇ ਸਾਈਨ, ਉਹਨਾਂ ਦੀ ਅਟੈਂਡੈਂਸ, ਉਹਨਾਂ ਦੀ ਡਿਟੇਲ ਚਾਹੀਦੀ ਹੈ ਜਿਹੜੀ ਅਸੀਂ ਨਾਲ ਸਬਮਿਟ ਕਰਨੀ ਹੈ ਵੀ ਕਿੰਨੇ ਮੈਂਬਰ ਨੇ। ਹੁਣ ਜਿਵੇਂ ਸਾਡੇ 50 ਮੈਂਬਰਸ ਨੇ, ਅਸੀਂ ਉਹ 50 ਦੇ 50 ਮੈਂਬਰਸ ਦੀ ਜਿਹੜੀ ਹੈ ਡਿਟੇਲ ਆ ਉਹ ਦਿੱਤੀ ਉਹਨਾਂ ਨੂੰ। ਉਸ ਤੋਂ ਬਿਨਾਂ ਜਿਹੜੇ ਸਾਡੇ ਆਫਿਸ ਬੇਅਰਰ ਨੇ, ਜਿਹੜੀ ਸਾਡੀ ਗਵਰਨਿੰਗ ਬਾਡੀ ਆ, ਗਵਰਨਿੰਗ ਬਾਡੀ ਦੇ ਵਿੱਚ ਮੇਨ ਜਿਹੜਿਆਂ ਦੇ ਕਿਰਾਏ ਆ, ਹਜੇ ਤਾਂ ਗਵਰਨਿੰਗ ਬਾਡੀ ਸਾਡੀ ਵੱਡੀ ਆ ਬਟ ਮੇਨ ਬਾਡੀ ਅਸੀਂ 8 ਜਾਣਿਆਂ ਦੀ ਰੱਖੀ ਹੋਈ ਆ ਤੇ ਉਹ 8 ਜਾਣਿਆਂ ਦੀ ਫਿਰ ਸਾਰੀ ਡਿਟੇਲ, ਉਹਨਾਂ ਦੇ ਆਧਾਰ ਕਾਰਡ, ਉਹਨਾਂ ਦਾ ਪ੍ਰੋਫੈਸ਼ਨ ਕੀ ਆ, ਉਹ ਸਾਰੀ ਚੀਜ਼ ਜਿਹੜੀ ਹੈਗੀ ਆ ਮੈਂਸ਼ਨ ਕਰਨੀ ਆ। ਤੇ ਇਸੇ ਤਰ੍ਹਾਂ 4 ਰੈਜ਼ੋਲੂਸ਼ਨ, ਉਹਦੇ ਇੱਕ ਰੈਜ਼ੋਲੂਸ਼ਨ ਇਹ ਵੀ ਅਸੀਂ ਮਤਲਬ ਅੰਡਰਟੇਕਿੰਗ ਦੇਣੀ ਆ ਜਿਹੜਾ ਪ੍ਰੈਜ਼ੀਡੈਂਟ ਆ ਕਿ ਸਾਡੀ ਜਿਹੜੀ ਇਹ NGO ਇੰਨੀ ਦੇਰ ਤੋਂ ਕੰਮ ਕਰ ਰਹੀ ਹੈ ਇਹਦੇ ਉੱਤੇ ਕੋਈ ਵੀ ਜਿਹੜਾ ਹੈਗਾ ਆ ਕੇਸ ਨਹੀਂ ਚੱਲਦਾ। ਸੋ ਇਹ ਸਾਰੇ ਜਿਹੜੇ ਹੈਗੇ ਆ ਇਹ ਪ੍ਰੋਸੀਜਰ ਆ ਜਿਹੜਾ ਫੋਲੋ ਕਰਕੇ ਸਿਰਫ 500 ਰੁਪਈਆ ਫੀਸ ਲੱਗਦੀ ਹੈ ਇਹਦੀ। ਇਹ ਕੁਛ ਨਹੀਂ ਲੱਗਦਾ। ਉਹ ਬਾਕੀ ਤੁਹਾਡੀ ਡਾਕੂਮੈਂਟੇਸ਼ਨ ਜਿਹੜੀ ਹੈਗੀ ਆ ਉਸ ਚੀਜ਼ ਦਾ ਹੋ ਸਕਦਾ ਕਿਉਂਕਿ ਸਾਰੇ ਡਾਕੂਮੈਂਟ ਪ੍ਰਿੰਟ ਕਰਨੇ ਆ, ਫਿਰ ਉਹਨੂੰ ਸਾਰਿਆਂ ਨੇ ਸਾਈਨ ਕਰਨਾ, ਫਿਰ ਉਸ ਚੀਜ਼ ਨੂੰ ਤੁਸੀਂ ਸਕੈਨ ਕਰਕੇ ਦੁਬਾਰਾ ਅਪਲੋਡ ਕਰਨਾ ਆ। ਇਹ ਸਾਰਾ ਜਿਹੜਾ ਹੈਗਾ ਆ ਪ੍ਰੋਸੀਜਰ ਆ ਇਹਨੂੰ ਰਜਿਸਟਰ ਕਰਵਾਉਣ ਦਾ। ਕਿੰਨਾ ਕੁ ਸਮਾਂ ਲੱਗ ਜਾਂਦਾ ਜਦੋਂ ਆਪਾਂ ਕਿਸੇ ਸੰਸਥਾ ਨੂੰ ਰਜਿਸਟਰ ਕਰਾਉਣਾ ਹੋਵੇ? ਮੈਂ ਹੁਣ ਜੇ ਦੱਸਾਂ ਸਾਨੂੰ ਆਲਮੋਸਟ 2 ਮਹੀਨੇ ਲੱਗ ਗਏ। ਉਹ ਵੀ ਫਾਈਲ ਸਬਮਿਟ ਕਰਵਾ ਦਿੰਦੇ ਆ, ਉਸ ਤੋਂ ਬਾਅਦ ਕਿੰਨਾ ਸਮਾਂ ਲੱਗਦਾ? ਫਾਈਲ ਤੋਂ ਵੈਸੇ ਤਾਂ ਇਹ 15-20 ਦਿਨਾਂ ਦਾ ਪ੍ਰੋਸੈਸ ਹੁੰਦਾ ਆ ਪਰ ਕੀ ਹੁੰਦਾ ਕਿ ਕਈ ਵਾਰ ਸਾਡੇ ਡਾਕੂਮੈਂਟਸ ਕੰਪਲੀਟ ਨਹੀਂ ਹੁੰਦੇ ਤਾਂ ਓਬਜੈਕਸ਼ਨ ਲੱਗ ਕੇ ਆਉਂਦੀ ਰਹਿੰਦੀ ਆ। ਜਿਵੇਂ ਅਸੀਂ ਪਹਿਲਾਂ ਸਬਮਿਟ ਕੀਤਾ ਸੀਗਾ ਤੇ ਉਹਦੇ ਵਿੱਚ ਸਾਡੇ ਨਾਮ ਦੇ ਉੱਤੇ ਓਬਜੈਕਸ਼ਨ ਆ ਗਈ। ਨਾਮ ਦੇ ਉੱਤੇ ਬਾਅਦ 'ਚ ਆਈ ਆ, ਪਹਿਲਾਂ ਸਾਨੂੰ ਆ ਗਿਆ ਕਿ ਤੁਸੀਂ ਗਵਰਨਿੰਗ ਬਾਡੀ ਦੀ ਲਿਸਟ ਦਿੱਤੀ ਹੈ, ਜਨਰਲ ਬਾਡੀ ਦੀ ਡਿਟੇਲ ਨਹੀਂ ਦਿੱਤੀ ਹੈਗੀ ਤੇ ਰੈਜ਼ੋਲੂਸ਼ਨ ਨਹੀਂ ਦਿੱਤਾ ਸੀਗਾ ਤੇ ਫਿਰ ਅਸੀਂ ਰੈਜ਼ੋਲੂਸ਼ਨ ਤੇ ਉਹ ਸਬਮਿਟ ਕਰਾਇਆ। ਫਿਰ ਆ ਗਿਆ ਤੁਹਾਡੇ ਬਾਇਲਾਜ਼ ਜਿਹੜਾ ਹੈਗਾ ਇਜ਼ ਨਾਟ ਇਨ ਆਰਡਰ। ਉਹ ਕਿਉਂ ਆ ਗਿਆ? ਉਹ ਅਸੀਂ ਨਾ ਜਿਵੇਂ ਕੌਨਸਟੀਟਿਊਸ਼ਨ ਬਣਾਇਆ ਹੋਇਆ ਸੀਗਾ ਉੱਥੋਂ 5-4 ਨੰਬਰ ਤੱਕ ਓਬਜੈਕਸ਼ਨ ਵਾਲਾ ਰੱਖ ਕੇ ਦੂਜਾ 6ਵੇਂ ਨੰਬਰ ਤੋਂ ਸ਼ੁਰੂ ਕਰਤਾ ਸੀਗਾ ਬਾਇਲਾਜ਼। ਫਿਰ ਅਸੀਂ ਦੇਖਿਆ ਕਿ ਨਹੀਂ ਯਾਰ ਇਹ ਅਸੀਂ ਮਤਲਬ ਇਹ ਟੈਕਨੀਕਲ ਗਲਤੀ ਹੁੰਦੀ ਹੈ ਨਾ ਨਿੱਕੀ ਕਿ ਨਹੀਂ ਆਹ ਟੈਕਨੀਕਲ ਗਲਤੀ ਕੀਤੀ ਆ। ਫਿਰ ਅਸੀਂ ਉਸ ਚੀਜ਼ ਨੂੰ ਕਿਉਂਕਿ ਹਰਮਲਾਪ ਲਈ ਵੀ ਇਹ ਪਹਿਲੀ ਚੀਜ਼ ਸੀਗੀ ਕਿਉਂਕਿ ਉਹਦਾ ਆਪਣਾ ਪ੍ਰੋਫੈਸ਼ਨ ਅਲੱਗ ਆ, NGO ਰਜਿਸਟਰ ਕਰਾਉਣਾ ਉਹਦਾ ਪ੍ਰੋਫੈਸ਼ਨ ਨਹੀਂ ਸੀਗਾ। ਮੈਂ ਫਾਰਮ ਜਿਹੜੇ ਮੂਵਮੈਂਟ ਆ ਉਹਦੇ ਵਿੱਚ ਬਿਜ਼ੀ ਸੀਗੀ ਸੋ ਮੈਂ ਇੱਧਰ ਧਿਆਨ ਨਹੀਂ ਦੇ ਪਾਈ। ਫਿਰ ਉਹ 'ਤੇ ਓਬਜੈਕਸ਼ਨ ਲੱਗ ਕੇ ਆਈ, ਫਿਰ ਨਾਮ ਦੀ ਓਬਜੈਕਸ਼ਨ ਲੱਗੀ ਤੇ ਉਸ ਚੀਜ਼ ਫਿਰ ਓਬਜੈਕਸ਼ਨ ਤੋਂ ਸਾਡਾ ਜਦੋਂ ਅਸੀਂ ਫਾਈਨਲ ਕੀਤਾ ਤਾਂ ਮੈਂ 8 ਤਰੀਕ ਨੂੰ ਕੀਤਾ ਸੀਗਾ ਤੇ 17 ਨੂੰ ਉਹ 10 ਦਿਨਾਂ ਦੇ ਵਿੱਚ ਸਰਟੀਫਿਕੇਟ ਆ ਗਿਆ। ਸੋ 15 ਮਹੀਨੇ ਤੋਂ 15 ਦਿਨ ਦਾ ਟਾਈਮ ਹੁੰਦਾ ਤੇ 500 ਰੁਪਈਆ ਫੀਸ ਆ ਸਿਰਫ। ਜੀ ਮੈਮ, ਜਿਵੇਂ ਤੁਸੀਂ ਦੱਸਿਆ ਗਿਆ ਇਹਦੇ ਵਿੱਚ ਮੈਂਬਰ ਨਿਰਧਾਰਿਤ ਕੀਤੇ ਜਾਂਦੇ, ਵੱਖੋ ਵੱਖਰੇ ਅਹੁਦੇ ਦਿੱਤੇ ਜਾਂਦੇ ਆ। ਜਿਵੇਂ ਮੰਨ ਲਓ ਤੁਸੀਂ ਕਿਸੇ ਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ, ਕੁਝ ਸਮੇਂ ਬਾਅਦ ਤੁਸੀਂ ਕਿਸੇ ਹੋਰ ਨੂੰ ਪ੍ਰੈਜ਼ੀਡੈਂਟ ਬਣਾਉਣਾ ਚਾਹੁੰਦੇ ਹੋ ਤਾਂ ਇਹ ਬਦਲਿਆ ਜਾ ਸਕਦਾ ਕਿ ਨਹੀਂ? ਬਿਲਕੁਲ ਇਹਦੀ ਜਿਹੜੀ ਹੈਗੀ ਆ ਜਿਵੇਂ ਟਾਈਮ ਰੱਖਿਆ ਹੁੰਦਾ ਆ, ਜਿਵੇਂ ਸਾਡਾ 2 ਸਾਲ ਦਾ ਆ, 2 ਸਾਲ ਪ੍ਰੈਜ਼ੀਡੈਂਟ ਮੈਂ ਹੋ ਸਕਦਾ ਮੈਨੂੰ ਹੀ ਦੁਬਾਰਾ ਇਲੈਕਟ ਕਰ ਲੈਣ, ਹੋ ਸਕਦਾ ਮੈਂ ਕਿਸੇ ਹੋਰ ਨੂੰ ਬਣਾ ਦਾਂ ਤੇ ਇਹ ਸਾਡੀ ਇਲੈਕਸ਼ਨ ਹੋਊਗੀ ਸਾਡੀ ਸਾਰਿਆਂ ਦੀ। ਪਰ ਇਹਦੇ ਵਿੱਚ ਆਪਣਾ ਕੌਨਸਟੀਟਿਊਸ਼ਨ ਹੁੰਦਾ। ਜਿਵੇਂ ਮੈਂ ਇਸ ਚੀਜ਼ ਦੀ ਫਾਊਂਡਰ ਆ, ਮੈਂ ਇਸ ਚੀਜ਼ ਨੂੰ ਖੜੀ ਕੀਤਾ ਆ ਤਾਂ ਮੈਂ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਨਾ ਇੱਕ ਚੀਜ਼ ਸਪੈਸੀਫਿਕਲੀ ਮੈਂਸ਼ਨ ਕੀਤੀ ਹੈ ਕਿਉਂਕਿ ਕੀ ਹੁੰਦਾ ਆ ਕਿ ਜਿਨ੍ਹਾਂ ਨੇ NGO ਬਣਾਈ ਹੁੰਦੀ ਆ ਸ਼ੁਰੂ ਤੋਂ ਮੈਂ ਦੇਖਿਆ ਨਾ ਉਸ ਬੰਦੇ ਨੂੰ ਨਾ ਬਾਅਦ ਵਿੱਚ ਸਾਰੇ ਜਣੇ ਮਿਲ ਕੇ ਕਈ ਵਾਰ ਸਾਈਡ 'ਤੇ ਕਰ ਦਿੰਦੇ ਆ। ਸੋ ਮੈਂ ਇਹਦੇ ਵਿੱਚ ਸਪੈਸੀਫਿਕਲੀ ਇਹਦੀ ਕੋਰ ਕਮੇਟੀ ਦਾ ਇੱਕ ਹੈਗਾ ਆ ਜਿਹਦੇ ਕੋਲ ਵੀਟੋ ਪਾਵਰ ਆ। ਠੀਕ ਹੈ, ਸਾਡੀ ਆ ਦੇਖੋ ਅਸੀਂ ਕੋਰ ਕਮੇਟੀ ਸ਼ੈਲ ਹੋਲਡ ਵੀਟੋ ਪਾਵਰ। ਤੇ ਦੂਜੀ ਗੱਲ ਆ ਕਿ ਕ੍ਰਿਮੀਨਲ ਅਤੇ ਕਰਪਸ਼ਨ ਚਾਰਜਿਸ ਤੋਂ ਬਿਨਾਂ ਜੇ NGO ਦਾ ਨਾਮ ਆ ਗਲਤ ਤਰੀਕੇ ਨਾਲ ਵਰਤਿਆ ਜਾਂਦਾ ਉਸ ਚੀਜ਼ ਨੂੰ ਛੱਡ ਕੇ ਮੈਨੂੰ ਅਤੇ ਸਾਡੀ ਜਿਹੜੀ ਮੇਨ ਕੋਰ ਕਮੇਟੀ ਹੈਗੀ ਆ, ਜਿਹੜੇ ਅਸੀਂ ਮੇਨ ਫਾਊਂਡਰ ਮੈਂਬਰ ਹੈਗੇ ਆ, ਅਸੀਂ 15 ਕੁ ਜਾਣੇ ਹੈਗੇ ਆ ਫਾਊਂਡਰ ਮੈਂਬਰ ਆ ਜਿਹੜੇ ਜਿਨ੍ਹਾਂ ਨੇ ਇਸ ਚੀਜ਼ ਨੂੰ ਸ਼ੁਰੂ ਕੀਤਾ ਤੇ ਉਹਨਾਂ ਨੂੰ ਕੋਈ ਵੀ ਕਿਸੇ ਵੀ ਹਾਲਤ ਦੇ ਵਿੱਚ NGO ਤੋਂ ਮਤਲਬ ਇਹ ਸੁਸਾਇਟੀ ਤੋਂ ਜਿਹੜਾ ਹੈਗਾ ਆ ਉਹ ਡਿਸਮਿਸ ਨਹੀਂ ਕਰ ਸਕਦਾ। ਅਦਰਵਾਈਜ਼ ਜੇ ਮੈਂਬਰ ਨਹੀਂ ਫੀਸ ਪੇ ਕਰਦੇ ਉਹਦਾ ਲੌਜ਼ ਹੁੰਦੇ ਆ। ਇਹਦੇ ਵਿੱਚ ਹੀ ਲਾਅ ਬਣੇ ਹੋਏ ਨੇ ਤੇ ਬਾਈ ਲਾਜ਼ ਉਹ ਸਾਨੂੰ ਨਿਰਧਾਰਿਤ ਕਰਨੇ ਪੈਂਦੇ ਆ। ਜਿਵੇਂ ਮੈਂ ਹੁਣ ਇਹਦੇ ਵਿੱਚ ਦਿਖਾ ਸਕਦੀ ਹਾਂ ਹੈ ਨਾ ਕਿ ਬਾਈ ਲਾਜ਼ ਕੀ ਹੁੰਦੇ ਨੇ ਸਾਡੇ ਜਿਹੜੇ ਸਾਨੂੰ ਅਕੋਰਡਿੰਗ ਟੂ
ਮਤਲਬ ਲਾਅ ਇਹਦੇ ਹੀ ਫੋਲੋ ਕਰਨੇ ਪੈਂਦੇ ਆ ਕਿ ਸਾਡੀ ਇਨਕਮ ਕਿੱਥੋਂ ਹੋਊਗੀ, ਸੁਸਾਇਟੀ ਦੀ ਇਨਕਮ ਕਿੱਥੋਂ, ਸਾਨੂੰ ਉਹਦੀ ਵੀ ਡਿਟੇਲ ਦੇਣੀ ਪਊਗੀ, ਹੈ ਨਾ। ਆਡਿਟ ਆ, ਸਾਨੂੰ ਆਡਿਟ ਪੂਰਾ ਕਲੀਅਰ ਰੱਖਣਾ ਪਊਗਾ। ਇਹਦਾ ਇੱਕ ਪ੍ਰੋਪਰ ਜਿਹੜਾ ਹੈਗਾ ਆ CA ਦੁਆਰਾ ਇਹਨੂੰ ਪ੍ਰਿਪੇਅਰ ਕੀਤਾ ਜਾਂਦਾ। ਫਿਰ ਇਹਦੇ ਆ ਰੂਲ ਰੈਗੂਲੇਸ਼ਨਸ ਹੁੰਦੇ ਨੇ ਜਿਹਦੇ ਵਿੱਚ ਦੱਸਿਆ ਵੀ ਕਿਵੇਂ ਡੈਜ਼ੋਲੂਸ਼ਨ ਕਿਵੇਂ ਹੋਊਗਾ ਜੇ ਅਸੀਂ ਮੰਨ ਲਓ ਖ਼ਤਮ ਕਰਨੀ ਆ, ਠੀਕ ਆ। ਤਾਂ ਇਹਦੇ ਵਿੱਚ ਆ ਕਿ ਸੈਕਸ਼ਨ 13 ਤੇ 14 ਸੁਸਾਇਟੀ ਐਕਟ ਆ, ਉਹਦੀਆਂ ਪ੍ਰੋਵੀਜ਼ਨਸ ਜਿਹੜੀਆਂ ਹੈਗੀਆਂ ਨੇ ਉਹਨੂੰ ਫੋਲੋ ਕੀਤਾ ਜਾਊਗਾ ਜਿਹੜੀ ਸੁਸਾਇਟੀ ਦੀ ਹੈ ਡੈਜ਼ੋਲੂਸ਼ਨ ਲਈ। ਅਤੇ ਫਿਰ ਇਹਦੀ ਮੇਨਟੇਨੈਂਸ ਕਿਵੇਂ ਕਰਨੀ ਆ, ਇਹਦੀ ਐਨੂਅਲ ਗਵਰਨਿੰਗ ਬੋਡੀ ਕਿਵੇਂ ਹੋਊਗੀ, ਐਪਲੀਕੇਸ਼ਨ ਜਿਹੜੀ ਹੈਗੀ ਹੈ ਐਕਟ ਦੀ ਅਸੀਂ ਇਹਦੀ ਪ੍ਰੋਵੀਜ਼ਨ ਦੇ ਅੰਡਰ ਕਰਾਂਗੇ। ਅਤੇ ਫਿਰ ਉਹ ਲੀਗਲ ਆ ਗਿਆ ਕਿ ਇਸ ਚੀਜ਼ ਲਈ ਕੌਣ ਇਹਦੇ ਸਾਈਨ ਕਰੂਗਾ, ਕੌਣ ਕੀ ਕੰਮ ਕਰੂਗਾ, ਸਾਰਾ ਕੁਛ ਇਹ ਬਾਏ ਲਾਜ਼ ਹੁੰਦਾ ਆ। ਸੁਸਾਇਟੀ ਰਜਿਸਟ੍ਰੇਸ਼ਨ ਐਕਟ ਜਿਹੜਾ ਹੈਗਾ ਉਹਦੇ ਅਕੋਰਡਿੰਗ ਸਾਨੂੰ ਬਣਾਉਣੇ ਪੈਂਦੇ ਆ। ਫਿਰ ਇਹਦੇ ਵਿੱਚ ਇਹ ਵੀ ਆ ਕਿ ਤੁਹਾਡੀ ਮੀਟਿੰਗਸ ਜਿਹੜੀਆਂ ਹੈਗੀਆਂ ਨੇ, ਇਹਦੇ ਵਿੱਚ ਮੀਟਿੰਗਸ ਦੀ ਵੀ ਡਿਟੇਲ ਦਿੱਤੀ ਹੁੰਦੀ ਆ ਜਿਹੜੀ ਸਾਨੂੰ ਐਡ ਕਰਨੀ ਪੈਂਦੀ ਆ, ਕਿਉਂਕਿ ਇਹ ਬੜਾ ਨਾ ਟੈਕਨੀਕਲ ਜਿਹਾ ਕੰਮ ਹੁੰਦਾ, ਲੀਗਲ ਜਿਹਾ ਕੰਮ ਹੁੰਦਾ। ਆਮ ਤੌਰ 'ਤੇ ਇਹ ਚੀਜ਼ਾਂ ਨੂੰ ਲੋਕਾਂ ਨੂੰ ਸਮਝ ਹੀ ਨਹੀਂ ਹੁੰਦੀ। ਆ ਦੇਖੋ ਹੁਣ ਮੋਡ ਆਫ ਇਲੈਕਸ਼ਨ ਕੀ ਆ, ਹੈ ਨਾ। ਸਾਡਾ 3 years ਲਈ ਆ, ਮੈਂ 2 ਸਾਲ ਕਿ ਮੈਂਬਰ of governing body shall be elected out of journal body, ਜਿਹੜੀ ਸਾਡੀ ਟੋਟਲ ਜਰਨਲ ਬੋਡੀ ਆ ਉਹਦੇ ਵਿੱਚੋਂ ਇਲੈਕਟ ਹੋਣਗੇ ਸੀਕ੍ਰੇਟ। ਮਤਲਬ ਇਹਦੀ ਪ੍ਰੋਪਰ ਵੋਟਿੰਗ ਹੋਊਗੀ ਵੀ ਆਹ ਬੰਦੇ ਪ੍ਰੈਜ਼ੀਡੈਂਟ ਦੀ ਪੋਸਟ ਲਈ ਖੜੇ ਨੇ ਅਤੇ ਇਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਅਸੀਂ ਚੁਣਨੇ ਨੇ, ਠੀਕ ਹੈ। 3 years ਦੇ ਲਈ ਔਨ ਐਕਸਪਾਇਰੀ ਆਫ 3 year ਨਿਊ ਬੋਡੀ ਜਿਹੜੀ ਹੈਗੀ ਆ ਉਹ ਕੀਤੀ ਜਾਊਗੀ। ਇਹ ਵਿਦਨ ਦੀ ਜਿਹੜਾ ਫਰੇਮਵਰਕ ਕਿਹੜਾ ਆ, ਜਿਹੜਾ ਸਾਡੇ ਇਹਦੇ ਲਾਜ਼ ਅਸੀਂ ਬਣਾਏ ਨੇ ਉਹਦੇ ਅੰਡਰ ਹੀ ਉਸ ਚੀਜ਼ ਨੂੰ ਜਿਹੜਾ ਚੁਣਿਆ ਜਾਊਗਾ 3/5 ਮੈਜੋਰਿਟੀ ਦੇ ਨਾਲ ਜੀ। ਸੋ ਇਹ ਨਹੀਂ ਗਾ ਕਿ 1/3 ਮੈਜੋਰਿਟੀ ਆ, 3/5 ਮੈਜੋਰਿਟੀ ਜਿਹੜੀ ਹੈਗੀ ਆ ਇਹਦੇ ਵਿੱਚ ਹੋਣੀ ਚਾਹੀਦੀ ਆ। ਫਿਰ ਅਸੀਂ ਆ ਕੋਰ ਕਮੇਟੀ ਦਾ ਲਿਖਿਆ ਕਿ ਸਾਡੀ ਕੋਰ ਕਮੇਟੀ ਨੂੰ ਇਹ ਹਰੇਕ ਕੋਈ ਆਪਣਾ ਲਿਖ ਸਕਦਾ ਆ, ਕਿਉਂਕਿ ਇਹ ਚੀਜ਼ਾਂ ਅਸੀਂ ਫੇਸ ਕੀਤੀਆਂ ਨੇ ਕਿ ਜਿਨ੍ਹਾਂ ਨੇ ਉਹ ਚੀਜ਼ ਬਣਾਈ ਹੁੰਦੀ ਆ, ਜਿਹੜੇ ਫਾਊਂਡਰ ਹੁੰਦੇ ਆ, ਬਾਅਦ ਵਿੱਚ ਕਿਉਂਕਿ ਕੁਛ ਲੋਕ NGO ਦੇ ਨਾਂ 'ਤੇ ਪੈਸੇ ਖਾਂਦੇ ਆ, ਕਰਪਸ਼ਨ ਕਰਦੇ ਆ, ਅਤੇ ਉਹ ਕੀ ਕਰਦੇ ਆ ਕਿ ਉਹ ਜਿਹੜੀ ਮੇਨ ਪਰਪਸ ਲਈ ਬਣਾਇਆ ਹੁੰਦਾ ਉਹਨੂੰ ਸੁਪਰਸੀਡ ਕਰਕੇ ਉਸ ਦਾ ਨਾਮ ਵਰਤ ਕੇ ਪੈਸੇ ਖਾਣੇ ਸ਼ੁਰੂ ਕਰ ਦਿੰਦੇ ਨੇ। ਅਤੇ ਜਦੋਂ ਉਹਨਾਂ ਚੀਜ਼ਾਂ ਨੂੰ ਹੁਣ ਸਾਡੇ ਇਹਦੇ ਵਿੱਚ ਰੱਖਿਆ ਕਿ ਜੇ ਕਿਸੇ ਦੇ ਉੱਤੇ ਵੀ ਸਾਨੂੰ ਇਹੋ ਜਿਹੀ ਕੋਈ ਵੀ ਮਿਲਦਾ ਆ ਵੀ ਕੋਈ ਸਾਡੀ NGO ਦੇ ਸਾਡੇ ਨਾਂ ਦੇ ਉੱਤੇ ਪੈਸੇ ਖਾਊਗਾ ਤਾਂ ਸਾਨੂੰ ਕੰਪਲੇਂਟ ਕੀਤੀ ਜਾਵੇ। ਅਸੀਂ ਉਸੇ ਟਾਈਮ ਉਸ ਜਿਹੜਾ ਬੰਦਾ ਹੈਗਾ ਆ ਉਹਨੂੰ ਅਸੀਂ ਸੁਸਾਇਟੀ 'ਚੋਂ ਬਾਹਰ ਕੱਢ ਦਾਂਗੇ, ਕਿਉਂਕਿ ਸਾਡਾ ਇੱਕ ਫੇਅਰ ਸਿਸਟਮ ਚੱਲੇਗਾ। ਚਾਹੇ ਉਹ ਪੈਸੇ ਅਸੀਂ ਆਪ ਡੋਨੇਟ ਕੀਤੇ ਹੋਣ ਜਾਂ ਸਾਨੂੰ ਕਿਸੇ ਨੇ ਬਾਹਰੋਂ ਡੋਨੇਟ ਕੀਤੇ ਹੋਣ, ਕਿਸੇ ਨੇ ਵੀ ਮਤਲਬ XYZ ਕਿਸੇ ਹੋਰ ਨੇ ਡੋਨੇਸ਼ਨ ਕੀਤੀ ਹੋਵੇ, ਤਾਂ ਅਸੀਂ ਉਸ ਚੀਜ਼ ਦਾ ਪ੍ਰੋਪਰ ਰਿਕਾਰਡ ਰੱਖਾਂਗੇ। ਸਾਡੀ ਵੈਬਸਾਈਟ ਦੇ ਉੱਤੇ ਵੀ, ਮੇਰੇ ਆਪਦੇ ਪੇਜ ਦੇ ਉੱਤੇ ਵੀ, ਫਾਈਟ ਫॉर ਰਾਈਟ ਦਾ ਜਿਹੜਾ ਓਫੀਸ਼ੀਅਲ ਪੇਜ ਆ ਉਹਦੇ ਉੱਤੇ ਅਸੀਂ ਪ੍ਰੋਪਰ ਲਿਖਾਂਗੇ ਅਕਾਊਂਟ ਜਿਹੜਾ ਪੂਰੀ ਜਿਹੜੀ ਸਟੇਟਮੈਂਟ ਆ ਸਾਡੀ ਖਰਚੇ ਦੀ ਅਤੇ ਸਾਡੀ ਜਿਹੜੀ ਆਈ ਆ, ਬੈਲੈਂਸ ਆ, ਸਾਰਾ ਕੁਛ ਅਸੀਂ ਜਦੋਂ ਅਸੀਂ ਇਹਦਾ ਬੈਂਕ ਅਕਾਊਂਟ ਸ਼ੁਰੂ ਕਰ ਦਾਂਗੇ ਅਸੀਂ ਮੈਨਸ਼ਨ ਕਰਨਾ ਸ਼ੁਰੂ ਕਰ ਦਾਂਗੇ। ਜਿਵੇਂ ਮੈਮ ਤੁਸੀਂ ਗੱਲ ਕੀਤੀ ਸੀਗੀ ਕਿ ਸੰਵਿਧਾਨ ਹੋਣਾ ਬਹੁਤ ਜ਼ਰੂਰੀ ਹੈਗਾ ਆ, ਇਹ ਸੰਵਿਧਾਨ ਦੀ ਕੋਈ ਲਿਮਿਟ ਹੁੰਦੀ ਹੈਗੀ ਕਿ ਇਹ ਚੀਜ਼ਾਂ ਦੇ ਵਿੱਚ ਸ਼ਾਮਲ ਕੀਤੀਆਂ ਜਾਣੀਆਂ ਜ਼ਰੂਰੀ ਹੈਗੀਆਂ ਨੇ, ਜਾਂ ਫਿਰ ਜਿਹੜੀ ਸੰਸਥਾ ਉਹ ਆਪਣੇ ਹਿਸਾਬ ਦੇ ਨਾਲ ਇਸ ਸੰਵਿਧਾਨ ਨੂੰ ਬਣਾਉਂਦੀ ਹੈ? ਇਹ ਸਾਰਾ ਕੁਛ ਸੁਸਾਇਟੀ ਰਜਿਸਟ੍ਰੇਸ਼ਨ ਐਕਟ ਆ ਨਾ ਜਿਹੜਾ, ਉਹਦੇ ਅਕੋਰਡਿੰਗ ਬਣੂਗਾ। ਅਸੀਂ ਸਿਰਫ ਆਪਣੇ ਜਿਹੜੇ ਏਮ ਆ ਨਾ ਉਹ ਡਿਸਾਈਡ ਕਰ ਸਕਦੇ ਹਾਂ, ਪਰ ਉਹ ਏਮ ਵੀ ਸਾਡੀ ਜਿਹੜੀ ਸਟੇਟ ਦੇ ਜਿਹੜੇ ਲਾਜ਼ ਨੇ ਨਾ ਉਹਨਾਂ ਦੇ ਅਕੋਰਡਿੰਗ ਹੋਣੇ ਚਾਹੀਦੇ ਆ। ਕੋਈ ਵੀ ਸਾਡੇ ਜਿਹੜੇ ਕੌਨਸਟੀਟਿਊਸ਼ਨ ਆਫ ਇੰਡੀਆ ਜਾਂ ਇੰਡੀਆ ਦੇ ਜਿਹੜੇ ਵੀ ਲਾਜ਼ ਨੇ ਉਹਨਾਂ ਦੇ ਅਗੇਂਸਟ ਨਹੀਂ ਜਾਣੇ ਚਾਹੀਦੇ। ਜੇ ਕੋਈ ਵੀ ਚੀਜ਼ ਆ ਜਾਂ ਸੁਸਾਇਟੀ ਰਜਿਸਟ੍ਰੇਸ਼ਨ ਐਕਟ ਦੇ ਜਾਂ ਫਿਰ ਜਿਹੜੇ ਸਾਡੇ ਮੇਨ ਲੈਂਡ ਆਫ ਲਾਅ ਆ ਉਹਦੇ ਅਗੇਂਸਟ ਜਾਂਦੇ ਆ ਜਾਂ ਉਹ ਚੀਜ਼ਾਂ ਨਹੀਂ ਐਕਸੈਪਟੇਬਲ ਹੈਗੀਆਂ। ਜਦੋਂ ਸੁਸਾਇਟੀ ਉਹ ਰਜਿਸਟਰ ਕਰਦੇ ਨੇ, ਸਰਟੀਫਿਕੇਟ ਦਿੰਦੇ, ਉਹ ਪਹਿਲਾਂ ਇਕੱਲਾ ਬਾਇਲਾਜ਼ ਪੜ੍ਹਦੇ ਨੇ ਵੀ ਇਹਨਾਂ ਦੇ ਆਬਜੈਕਟ ਕੀ ਨੇ, ਇਹਨਾਂ ਦੇ ਏਮਸ ਕੀ ਨੇ। ਇਸੇ ਲਈ ਇਸ ਚੀਜ਼ ਨੂੰ ਟਾਈਮ ਲੱਗਦਾ ਆ। ਹੁਣ ਬੜਾ ਟਰਾਂਸਪੇਰੈਂਟ ਸਿਸਟਮ ਆ ਗਿਆ। ਜਿਵੇਂ ਆਪਾਂ ਗੱਲ ਕੀਤੀ ਹੈ ਮੈਮ ਕਿ ਤੁਸੀਂ ਕਿਹਾ ਹੈਗਾ ਕਿ ਇਹਨੂੰ ਰਜਿਸਟਰ ਜਦੋਂ ਕੀਤਾ ਜਾਂਦਾ ਤਾਂ ਹਰ ਇੱਕ ਚੀਜ਼ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਧਿਆਨ ਰੱਖਿਆ ਜਾਂਦਾ ਆ। ਮੈਡਮ ਕਈ ਵਾਰੀ ਕੀ ਹੁੰਦਾ, ਸੰਸਥਾ ਜਦੋਂ ਬਣਾਈ ਜਾਂਦੀ ਹੈ ਤਾਂ ਉਹਦੇ ਏਮ ਤੇ ਜਿਹੜੇ ਆਬਜੈਕਟਿਵਸ ਹੈਗੇ ਆ ਬਹੁਤ ਵਧੀਆ ਰੱਖੇ ਜਾਂਦੇ ਆ, ਪਰ ਹਕੀਕਤ ਦੇ ਵਿੱਚ ਉਹ ਅਜਿਹੇ ਕੰਮ ਨਹੀਂ ਕਰਦੀ ਹੈਗੀ ਕਿ ਜਿੱਥੋਂ ਇਹ ਰਜਿਸਟਰਡ ਕੀਤੀ ਜਾਂਦੀ ਹੈ ਸੰਸਥਾ, ਉਹਦੇ ਕੋਲ ਇਹ ਅਧਿਕਾਰ ਹੁੰਦਾ ਕਿ ਇਸ ਨੂੰ ਰੱਦ ਕਰ ਸਕੇ। ਹਾਂ ਬਿਲਕੁਲ, ਗਵਰਨਮੈਂਟ ਕੋਲ ਅਧਿਕਾਰ ਹੈਗਾ ਕਿ ਜੇ ਉਹਨਾਂ ਨੂੰ ਲੱਗਦਾ ਆ ਕਿ ਕੋਈ ਵੀ NGO ਜਿਹੜੀ ਹੈਗੀ ਆ ਉਹ ਸਹੀ ਤਰੀਕੇ ਨਾਲ ਜਿਹੜੀ ਸੁਸਾਇਟੀ ਉਹ ਕੰਮ ਨਹੀਂ ਕਰਦੀ, ਤਾਂ ਬਹੁਤ ਸਾਰੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਸਰਟੀਫਿਕੇਟ ਜਿਨ੍ਹਾਂ ਦੇ ਰੱਦ ਕੀਤੇ ਸੀਗੇ ਪਿੱਛੇ ਜੇ। ਸੋ ਇਹੋ ਜਿਹੀਆਂ ਜਿਹੜੀਆਂ ਉਹੀ ਬਣੀਆਂ ਹੋਈਆਂ ਨੇ ਡਮੀ NGOs ਬਹੁਤ ਰਜਿਸਟਰ ਹੋਈਆਂ ਨੇ, ਸੋ ਉਹਨਾਂ ਨੂੰ ਰੱਦ ਕਰ ਦਿੱਤਾ ਜਾਂਦਾ। ਬਾਕੀ ਜੇ ਆਪਾਂ ਨੂੰ ਕੁਛ ਲੱਗਦਾ ਆ ਕਿ ਉਹ ਗਲਤ ਤਰੀਕੇ ਨਾਲ ਕੰਮ ਕਰਦੇ ਆ,
ਪਹਿਲਾਂ ਉਹਨਾਂ ਦੇ ਹੈੱਡ ਆਫਿਸ ਨੂੰ ਕੰਪਲੇਂਟ ਕਰੋ, ਅਦਰਵਾਈਜ਼ ਉਹ ਸੁਸਾਇਟੀ ਦੇ ਉੱਤੇ ਆਪਾਂ ਖੁਦ ਵੀ ਕੋਈ ਐਜ਼ ਅ ਪਰਸਨ ਵੀ ਮਤਲਬ ਉੱਤੇ ਕੇਸ ਕਰ ਸਕਦਾ ਆ। ਜੀ ਮੈਮ, ਵਕੀਲ ਦੀ ਖਾਸ ਤੌਰ ਤੇ ਲੋੜ ਪੈਂਦੀ ਹੈ ਜਾਂ ਕੋਈ ਵੀ ਵਿਅਕਤੀ ਜਿਹੜਾ ਖੁਦ ਹੀ ਜਿਹੜਾ ਹੈ ਇਹਨੂੰ ਅਪਲਾਈ ਕਰ ਸਕਦਾ ਆ? ਦੇਖੋ, ਜੇ ਤਾਂ ਕਿਸੇ ਨੂੰ ਮਤਲਬ ਸਮਝ ਆ, ਹੁਣ ਦੇਖੋ ਸਾਡੀ ਮੈਂ ਵਕੀਲ ਸੀਗੀ ਪਰ ਆਫਿਸ ਹਰਮਲਾਪ ਤਾਂ ਲਾਇਰ ਨਹੀਂ ਹੈ ਨਾ ਜਿਹਨੇ ਆਲਮੋਸਟ ਸਾਰਾ ਕੁਛ ਇਹਦਾ ਕੀਤਾ, ਪਰ ਗੱਲ ਆ ਕਿ ਕੌਨਸਟੀਟਿਊਸ਼ਨ ਬਣਾਉਣਾ ਆ, ਉਹਨੂੰ ਲਾਜ਼ ਪਤਾ ਹੋਣੇ ਚਾਹੀਦੇ, ਤੇ ਉਸ ਚੀਜ਼ ਲਈ ਲਾਇਰ ਜਿਹੜਾ ਹੋ ਜਾਂਦਾ ਕੌਨਸਟੀਟਿਊਸ਼ਨ ਬਣਾਉਣ ਲਈ ਮਸਟ ਹੋ ਜਾਂਦਾ, ਕਿਉਂਕਿ ਕੱਲ੍ਹ ਨੂੰ ਐਵੇਂ ਕੋਈ ਨਵੀਂ ਚੀਜ਼ ਦੇ ਵਿੱਚ ਨਾ ਫਸੋ, ਤਾਂ ਕਰਕੇ ਲਾਇਰ ਜ਼ਰੂਰੀ ਹੁੰਦਾ ਸਿਰਫ ਕੌਨਸਟੀਟਿਊਸ਼ਨ ਬਣਾਉਣ ਲਈ। ਅਦਰਵਾਈਜ਼ ਰਜਿਸਟ੍ਰੇਸ਼ਨ ਪ੍ਰੋਸੈਸ ਲਈ ਲਾਇਰ ਨਹੀਂ ਜ਼ਰੂਰਤ ਹੈਗੀ। ਹਾਂ, ਪਰ ਜੇ ਕੋਈ ਇਨਸਾਨ ਆਪ ਹੀ ਇੰਨਾ ਪੜ੍ਹਿਆ ਲਿਖਿਆ, ਉਹਨੂੰ ਆਪ ਨੂੰ ਸਾਰਾ ਕੁਛ ਆਉਂਦਾ ਆ, ਉਹ ਆਪ ਦੇਖ ਕੇ ਉਸ ਤਰੀਕੇ ਨਾਲ ਕੌਨਸਟੀਟਿਊਸ਼ਨ ਬਣਾ ਸਕਦਾ, ਕੋਈ ਐਡੀ ਗੱਲ ਨਹੀਂ ਹੈਗੀ। ਮੈਮ, ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਬਸ ਤੁਹਾਡੇ ਦਰਸ਼ਕਾਂ ਨੂੰ ਇਹੀ ਗੱਲ ਕਹਿਣਾ ਚਾਹੂੰਗੀ ਕਿ ਜੇ ਤੁਸੀਂ ਕੋਈ ਸੁਸਾਇਟੀ ਰਜਿਸਟਰ ਕਰਾਉਣਾ ਚਾਹੁੰਦੇ ਹੋ ਤਾਂ ਸਿਸਟਮ ਆ ਜਿਹੜਾ ਉਹਦਾ ਟਰਾਂਸਪੇਰੈਂਟ ਰੱਖੋ। ਹਜੇ ਤੁਸੀਂ ਆਪਾਂ ਨਾ ਕਈ ਚੀਜ਼ਾਂ ਰਹਿ ਗਈਆਂ ਵੀ ਕਿਵੇਂ ਕਰਨੀਆਂ ਨੇ, ਤੇ ਅਖੀਰ ਹੀ ਹੋ ਗਿਆ। ਜੇ ਤੁਸੀਂ ਦੱਸਣਾ ਚਾਹੋ ਤਾਂ ਦੱਸ ਸਕਦੇ ਹੈਗੇ। ਦੱਸਣਾ ਚਾਹੁੰਦੀ ਹਾਂ, ਜਦੋਂ ਸਾਡਾ ਰਜਿਸਟ੍ਰੇਸ਼ਨ ਸਰਟੀਫਿਕੇਟ ਸਾਡੇ ਕੋਲ ਆ ਜਾਂਦਾ, ਸਾਨੂੰ ਨਾ ਆਡਿਟ ਵੀ ਮੇਨਟੇਨ ਕਰਨਾ ਪਊਗਾ, ਸਾਨੂੰ ਆਪਣਾ ਰਜਿਸਟਰ ਮੇਨਟੇਨ ਕਰਨਾ ਪਊਗਾ। ਉਸ ਤੋਂ ਇਲਾਵਾ ਇਹਦਾ ਇੱਕ ਪੈਨ ਕਾਰਡ ਬਣਾਇਆ ਜਾਂਦਾ ਆ। ਪੈਨ ਕਾਰਡ ਬਣਾਉਣ ਲਈ ਸਾਨੂੰ ਸਟੈਂਪ ਦੀ ਜਿਹੜੀ ਆ ਲੋੜ ਪੈਂਦੀ ਆ। ਸੋ ਸੁਸਾਇਟੀ ਦੀ ਸਟੈਂਪ ਬਣੂਗੀ, ਸਟੈਂਪ ਦੇ ਨਾਲ ਜਿਵੇਂ ਆਪਾਂ ਪੈਨ ਕਾਰਡ ਅਪਲਾਈ ਕਰਦੇ ਹਾਂ ਉਵੇਂ ਪੈਨ ਕਾਰਡ ਅਪਲਾਈ ਹੋਊਗਾ। ਪੈਨ ਕਾਰਡ ਆਉਣ ਤੋਂ ਬਾਅਦ ਤੁਹਾਡਾ ਬੈਂਕ ਅਕਾਊਂਟ ਖੁੱਲ੍ਹੇਗਾ, ਤੇ ਉਹ ਸਾਰਾ ਕੁਛ ਜਿਹੜਾ ਆਡਿਟ ਆ ਉਹ ਤੁਹਾਨੂੰ ਮੇਨਟੇਨ ਕਰਨਾ ਪਊਗਾ। ਇੱਕ ਮੈਂਬਰਸ਼ਿਪ ਫੀਸ ਹੁੰਦੀ ਆ ਅਲੱਗ-ਅਲੱਗ ਦੀ, ਜਿਵੇਂ ਸਾਡੀ ਮੈਂਬਰਸ਼ਿਪ ਫੀਸ 1000 ਰੁਪਏ ਹੈਗੀ ਆ, ਮਤਲਬ ਆਰਡੀਨਰੀ ਮੈਂਬਰਸ ਦੀ ਪਰ ਮੰਥ ਹੈਗੀ ਆ 25000 ਸਾਡੀ ਸਾਲ ਦੀ ਇਕੱਠੀ ਹੈਗੀ ਆ, ਤੇ ਇੱਦਾਂ ਲਾਈਫ ਟਾਈਮ ਮੈਂਬਰਸ਼ਿਪ 25000 ਹੈਗੀ। ਮਤਲਬ ਆਪਾਂ ਅੱਡ ਮੈਂਬਰਸ਼ਿਪ ਫੀਸ ਰੱਖਣੀ ਜ਼ਰੂਰੀ ਆ। ਜੇ ਕੋਈ ਫੀਸ ਨਹੀਂ ਪੇ ਕਰਦਾ ਉਹਨੂੰ ਉਹ ਮਤਲਬ ਕਹਿ ਦਿਓ ਕਿ ਉਦੋਂ ਡਿਸਮਿਸ ਕੀਤਾ ਜਾ ਸਕਦਾ, ਸਸਪੈਂਡ ਕੀਤਾ ਜਾ ਸਕਦਾ ਆ। ਸੋ ਬੜਾ ਫੇਅਰ ਤਰੀਕੇ ਨਾਲ ਇਸ ਚੀਜ਼ ਨੂੰ ਤੁਹਾਨੂੰ ਜਿਹੜਾ ਹੈਗਾ ਮੇਨਟੇਨ ਕਰਨ ਦੀ ਜ਼ਰੂਰਤ ਆ। ਪਰ ਕੋਈ ਜੇ ਸਹੀ ਦਿਸ਼ਾ ਦੇ ਵਿੱਚ ਚੱਲ ਰਹੇ ਹੋ, ਇੱਕ ਚੰਗਾ ਕੰਮ ਕਰਨਾ ਚਾਹੁੰਦੇ ਹੋ, ਤਾਂ ਇਹਦੇ ਵਿੱਚ ਕੋਈ ਉਹ ਗੱਲ ਨਹੀਂ ਗੀ। ਇੱਕ ਇਹਦੇ ਵਿੱਚ ਬੜਾ ਇੰਪੋਰਟੈਂਟ ਹੈਗਾ ਆ ਕਿ ਜਿਹੜੇ ਆਫਿਸ ਬੇਅਰਰ ਹੈਗੇ ਆ, ਜਿਵੇਂ ਮੈਂ ਆ ਜਾਂ ਕੋਈ ਵੀ ਆ, ਅਸੀਂ ਕਿਸੇ ਨੂੰ ਵੀ ਆਪਣੇ ਆਪ ਆਫਿਸ ਦੇ ਵਿੱਚ ਇੱਕ ਦੂਜੇ ਨੂੰ ਸੈਲਰੀ ਨਹੀਂ ਦੇ ਸਕਦੇ। ਬਟ ਹਾਂ, ਅਸੀਂ ਕਿਉਂਕਿ ਇਹਦੇ ਵਿੱਚ ਇੰਪਲੋਇਮੈਂਟ ਜਨਰੇਸ਼ਨ ਦਾ ਰੱਖਿਆ, ਤਾਂ ਅਸੀਂ ਕੈਂਪੇਨ ਨੂੰ ਚਲਾਉਣ ਲਈ ਅੱਗੇ ਜਿਵੇਂ ਹੈਗੀ ਆ, ਉਸ ਚੀਜ਼ ਲਈ ਅਸੀਂ ਇੰਪਲੋਇਮੈਂਟ ਜਨਰੇਟ ਕਰਨ ਲਈ ਅਸੀਂ ਜ਼ਰੂਰ ਉਸ ਚੀਜ਼ ਲਈ ਬਚਪਨ ਬਚਾਓ ਮੁਹਿੰਮ ਦੇ ਅਧੀਨ ਕੁਛ ਜਿਹੜੇ ਹੈਗੇ ਆ ਟੀਚਰ ਹੀ ਹੋਣਗੇ ਸਾਡੇ ਲਈ, ਤਾਂ ਉਹ ਟੀਚਰ ਹਾਇਰ ਕਰ ਸਕਦੇ ਆ ਜਿਹੜੇ ਸਕੂਲਸ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਮਝਾ ਸਕੇ। ਇਹ ਉਹਦੇ ਨਾਲ ਦੋ ਚੀਜ਼ਾਂ ਹੋ ਜਾਣਗੀਆਂ। ਇੱਕ ਤਾਂ ਜਿਹੜੇ BEd ਕਰਕੇ ਫ੍ਰੀ ਬੈਠੀਆਂ, ਖਾਸ ਕਰਕੇ ਸਾਡੀ ਪ੍ਰੈਫਰੈਂਸ ਕੁੜੀਆਂ, ਅਸੀਂ ਕੁੜੀਆਂ ਹੀ ਲਿਖਿਆ ਹੋਇਆ, ਉਹਨਾਂ ਕੁੜੀਆਂ ਨੂੰ ਇੱਕ ਤਾਂ ਇੰਪਲੋਇਮੈਂਟ ਮਿਲ ਜਾਏਗੀ, ਦੂਜਾ ਉਹਨਾਂ ਨੂੰ ਇੱਕ ਜਿਹੜਾ ਹੈਗਾ ਐਕਸਪੋਜ਼ਰ ਮਿਲੇਗਾ ਕਿ ਕਿੱਦਾਂ ਅਵੇਅਰ ਕਰਨਾ ਬੱਚਿਆਂ ਨੂੰ। ਦੂਜੀ ਗੱਲ ਆ ਕਿ ਫਿਰ ਅਸੀਂ ਘਰ ਘਰ ਆਪਣੀ ਜਿਹੜੀ ਬਚਪਨ ਬਚਾਓ ਮੁਹਿੰਮਾਂ ਨੂੰ ਲੈ ਕੇ ਜਾ ਸਕਦੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਹਾਂ। ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਵਿੱਚ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਰਾਂ ਨੇ ਸਾਨੂੰ NGO ਨੂੰ ਰਜਿਸਟਰਡ ਕਰਾਉਣ ਬਾਬਤ ਪੂਰੀ ਜਾਣਕਾਰੀ ਦਿੱਤੀ ਹੈ। ਦਰਸ਼ਕੋ, ਜਦੋਂ ਕੋਈ ਵੀ ਸੰਸਥਾ ਦਾ ਨਿਰਮਾਣ ਕਰਦੇ ਹੋ ਤਾਂ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ, ਤੇ ਕੋਈ ਵੀ ਸੰਸਥਾ ਜਿਸ ਉਦੇਸ਼ ਦੇ ਲਈ ਬਣਾਈ ਗਈ ਹੈ ਉਸ ਦੀ ਪੂਰਤੀ ਲਈ ਹੀ ਕੰਮ ਕਰਨੇ ਚਾਹੀਦੇ ਹੈ। ਇਸੇ ਆਸ ਦੇ ਨਾਲ ਕਿ ਸਾਡੇ ਦੇਸ਼ ਦੇ ਵਿੱਚ ਇੱਕ ਵਧੀਆ ਸੰਸਥਾਵਾਂ ਹੋਣ ਦੇ ਵਿੱਚ ਆਉਣਗੀਆਂ ਤੇ ਸਾਡੇ ਸਮਾਜ ਨੂੰ ਉਹ ਵਧੀਆ ਬਣਾਉਣ ਲਈ ਯਤਨ ਕਰਨਗੀਆਂ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ। ਧੰਨਵਾਦ।